जे सच्ची गुरु नानक साहब हिंदू होंदे फिर तो हिंदू विचारधारा नूं अपना लेना सी। हिंदू विचारधारा की कहती आ कि जनेऊ पाउणा जरूरी आ, पर गुरु साहब तो ठोक के कह रहे भी मैं जंजू ते बिलीव ही नहीं करता। भाई रणजीत सिंह जी ने भी जिहड़ी ग्रंथां नूं रद्द करन दी गल कीती आ ना, मैं हथ जोड़ के बेनती करांगा ਜਿਹੜੀਆਂ ਸਾਡੀਆਂ ਵਿਰੋਧੀ ਤਾਕਤਾਂ ਨੇ ਉਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਦੇ ਕੇ ਇਹ ਸਾਬਤ ਕਰਨਾ ਚਾਹੁੰਦੇ ਵੀ ਅਸੀਂ ਹਿੰਦੂਆਂ ਦਾ ਅੰਗ ਹੈ, ਤੇ ਕੀ ਅਸੀਂ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਰੱਦ ਕਰ ਦਈਏ? ਇਹ ਸਾਡੇ ਵਿਰੋਧੀ ਲੋਕ ਇੰਨੇ ਚਲਾਕ ਨੇ ਨਾ ਕਿ ਜਿਹੜੀ ਗੁਰੂ ਦੀ ਗੱਲ ਤੋਂ ਇਹ ਸਾਬਤ ਹੁੰਦਾ ਹੋਵੇ ਵੀ ਸਾਡਾ ਇਹਨਾਂ ਨਾਲ ਕੋਈ ਸੰਬੰਧ ਨਹੀਂ, ਇਹ ਚਲਾਕ ਲੋਕ ਉਸੇ ਹੀ ਗੱਲ ਤੋਂ ਝੂਠੇ ਦਾਅਵੇ ਕਰਦੇ ਨੇ ਕਿ ਅਸੀਂ ਹਿੰਦੂਆਂ ਦਾ ਹੀ ਅੰਗ ਹਾਂ। ਹੁਣ ਇੱਥੋਂ ਅੱਗੇ ਗੁਰੂ ਗੋਬਿੰਦ ਸਿੰਘ ਨੇ ਸਾਬਤ ਕੀਤਾ ਹੈ ਕਿ ਭਾਵੇਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਬੇਦੀਆਂ ਦੇ ਘਰ ਹੋਇਆ ਹੈ, ਪਰ ਸਾਡਾ ਬੇਦੀਆਂ ਨਾਲ ਕੋਈ ਸੰਬੰਧ ਨਹੀਂ ਰਿਹਾ, ਸਾਡਾ ਹਿੰਦੂਆਂ ਨਾਲ ਕੋਈ ਸੰਬੰਧ ਨਹੀਂ ਰਿਹਾ। ਜਿੰਨੀ ਦੇਰ ਤੱਕ ਉਹਨਾਂ ਬਚਨਾਂ ਦਾ ਕਨਕਲੂਜਨ ਨਹੀਂ ਤੁਸੀਂ ਸੰਗਤਾਂ ਸਾਹਮਣੇ ਰੱਖਦੇ, ਉਸ ਬਚਨ ਦਾ ਭਾਵ ਕਿਵੇਂ ਸਾਹਮਣੇ ਆਏਗਾ? ਜਿਹੜੀ ਗੱਲ ਨੂੰ ਕੱਟਣ ਲਈ ਗੁਰੂ ਸਾਹਿਬ ਨੇ ਬਚਨ ਉਚਾਰਿਆ, ਤੁਸੀਂ ਉਸੇ ਗੱਲ ਨੂੰ ਪ੍ਰਚਾਰਨ ਲੱਗ ਗਏ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਮੋਢੇ ਤੇ ਰੱਖ ਕੇ ਚਲਾਉਂਦੇ ਹੋ। ਤੇ ਹੁਣ ਇੱਕ ਹੋਰ ਸਵਾਲ ਹੈ, ਹੁਣ ਜਿਵੇਂ ਭਾਈ ਰਣਜੀਤ ਸਿੰਘ ਨੇ ਵੀ ਇਹ ਕਿਹਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਰਾਮਾ ਅਵਤਾਰ ਨਹੀਂ ਲਿਖਿਆ, ਕ੍ਰਿਸ਼ਨ ਅਵਤਾਰ ਨਹੀਂ ਲਿਖਿਆ, ਪਰ ਸਾਨੂੰ ਇਹ ਤਾਂ ਸਮਝਣਾ ਪਵੇਗਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਕਿਉਂ ਹੈ ਤੇ ਲਿਖ ਕੇ ਆਪਣੀ ਭਾਵਨਾ ਕੀ ਦਿਖਾਈ ਆ। ਤੇ ਮੋਦੀ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ, ਜੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖਤਾਂ ਦਾ ਜ਼ਿਕਰ ਕਰਨ ਦਾ ਇੰਨਾ ਹੀ ਸ਼ੌਂਕ ਹੈ, ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਵੀ ਗੱਲ ਸੁਣਾ ਦਿਆ ਕਰੋ ਜਿੱਥੇ ਗੁਰੂ ਗੋਬਿੰਦ ਸਿੰਘ ਕਹਿੰਦੇ ਪਖਾਨ ਪੂਜ ਹੋ ਨਹੀਂ। ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਪੱਥਰ ਨਹੀਂ ਪੂਜਦਾ। ਹੁਣ ਮੋਦੀ ਸਾਹਿਬ ਕਹੋਗੇ ਸਟੇਜ ਤੋਂ ਗੱਲ ਵੀ ਗੁਰੂ ਗੋਬਿੰਦ ਸਿੰਘ ਆ ਵੀ ਕਹਿੰਦੇ ਨੇ, ਬੜਾ ਸ਼ੌਂਕ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖਤਾਂ ਦਾ ਜ਼ਿਕਰ ਕਰਨ ਦਾ। ਸ਼ਾਗਿਰਦੇ ਨਾਨਕ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਦਿੱਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾਓ ਤਾਂ ਜੋ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਉਹ ਪਿਛਲੇ ਦਿਨੀ ਹਿੰਦੂ ਵੀਰਾਂ ਨੇ ਆਪਣਾ ਇੱਕ ਸਮਾਗਮ ਰੱਖਿਆ ਔਰ ਉਹਨਾਂ ਨੇ ਸਾਡੇ ਜਥੇਦਾਰਾਂ ਨੂੰ ਵੀ ਸੱਦਾ ਪੱਤਰ ਭੇਜੇ। ਸਤਿਕਾਰਯੋਗ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਉਹਨਾਂ ਨੇ ਤਾਂ ਉਹ ਸੱਦਾ ਪੱਤਰ ਪੜ੍ਹਨਾ ਵੀ ਮੁਨਾਸਿਬ ਨਹੀਂ ਸਮਝਿਆ, ਕਿਉਂਕਿ ਸਿੱਖ ਇਹੋ ਜਿਹੇ ਸਮਾਗਮਾਂ ਤੇ ਨਹੀਂ ਜਾਂਦਾ ਜਿੱਥੇ ਪੱਥਰ ਪੂਜਾ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੋਵੇ। ਕੋਈ ਜਥੇਦਾਰ ਨਹੀਂ ਗਿਆ, ਕੋਈ ਆਗੂ ਨਹੀਂ ਗਿਆ, ਪਰ ਇੱਕ ਇਕਬਾਲ ਸਿਉ ਨਾਮ ਦਾ ਬੰਦਾ ਜਿਹੜਾ ਪਟਨਾ ਸਾਹਿਬ ਪਹਿਲਾਂ ਜਥੇਦਾਰ ਵੀ ਰਹਿ ਚੁੱਕਾ ਹੈ ਪਰ ਹੁਣ ਉਹ ਕੋਈ ਜਥੇਦਾਰ ਨਹੀਂ ਹੈ, ਉਹ ਇਕਬਾਲ ਸਿਉ ਇੱਕ ਤਾਂ ਉਹਨਾਂ ਦੇ ਸਮਾਗਮ ਵਿੱਚ ਜਾਂਦਾ ਵੀ ਆ, ਦੂਸਰਾ ਉਹ ਆਪਣੇ ਆਪ ਨੂੰ ਜਥੇਦਾਰ ਦੱਸਦਾ ਵੀ ਆ, ਹਾਲਾਂਕਿ ਉਹ ਪਟਨਾ ਸਾਹਿਬ ਦਾ ਹੁਣ ਜਥੇਦਾਰ ਨਹੀਂ ਹੈ। ਪੂਰਾ ਪੰਥ ਸਤਿਕਾਰਯੋਗ ਗਿਆਨੀ ਰਣਜੀਤ ਸਿੰਘ ਜੀ ਗੌਰੇ ਮਸਕੀਨ ਨੂੰ ਜਥੇਦਾਰ ਥਾਪ ਚੁੱਕੀ ਹੈ, ਪਰ ਇਸ ਦੇ ਬਾਵਜੂਦ ਵੀ ਇਹ ਬੰਦੇ ਨੇ ਉੱਥੇ ਜਾ ਕੇ ਆਪਣੇ ਆਪ ਨੂੰ ਜਥੇਦਾਰ ਦੱਸਿਆ। ਤੇ ਸਭ ਤੋਂ ਵੱਡਾ ਗੁਨਾਹ ਉਸ ਬੰਦੇ ਦਾ ਕਿ ਉੱਥੇ ਇਹਨੇ ਇੱਕ ਸਟੇਟਮੈਂਟ, ਇੱਕ ਬਿਆਨ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਲਵ ਕੁਸ਼ ਦੀ ਵੰਸ਼ ਵਿੱਚੋਂ ਹਨ। ਫਿਰ ਉਸ ਤੋਂ ਬਾਅਦ ਜਦੋਂ ਉਹਦੇ ਤੋਂ ਸਪਸ਼ਟੀਕਰਨ ਵੀ ਲਿਆ ਗਿਆ, ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਾ ਹਵਾਲਾ ਦਿੰਦਾ ਹੈ, ਸ੍ਰੀ ਦਸਮ ਗ੍ਰੰਥ ਸਾਹਿਬ ਦਾ ਹਵਾਲਾ ਦੇ ਕੇ ਕਹਿੰਦਾ ਵੀ ਦੇਖੋ ਜੀ ਇਹ ਗੱਲ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਹੈ ਕਿ ਅਸੀਂ ਲਵ ਕੁਸ਼ ਦੀ ਵੰਸ਼ ਵਿੱਚੋਂ ਹਾਂ। ਫਿਰ ਨਾਲ ਹੀ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ, ਉਹਨਾਂ ਦਾ ਵੀ ਇਹ ਬਿਆਨ ਆਉਂਦਾ ਹੈ ਕਿ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਵੀ ਇਹੋ ਜਿਹੇ ਗ੍ਰੰਥ ਰੱਦ ਕਰ ਦੇਣੇ ਚਾਹੀਦੇ ਨੇ, ਕਿਉਂਕਿ ਦੇਖੋ ਇਹ ਲੋਕ ਉਹਨਾਂ ਗ੍ਰੰਥਾਂ ਦਾ ਹਵਾਲਾ ਦੇ ਕੇ ਸਾਨੂੰ ਹਿੰਦੂ ਸਾਬਤ ਕਰਨ ਦੇ ਨੇ। ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵੀ ਇਹ ਬਿਆਨ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੋਬਿੰਦ ਰਾਮਾਇਣ ਲਿਖੀ ਹੈ। ਤੋ ਇਹਨਾਂ ਸਾਰੀਆਂ ਚੀਜ਼ਾਂ ਦੀ ਆਪਾਂ ਵਿਚਾਰ ਕਰਨੀ ਆ ਕਿ ਅਸੀਂ ਸੱਚੀ, ਕਿ ਗੁਰੂ ਗੋਬਿੰਦ ਸਿੰਘ ਜੀ ਸੱਚੀ ਲਵ ਕੁਸ਼ ਦੀ ਵੰਸ਼ ਵਿੱਚੋਂ ਹਨ? ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਦੇ ਵਿੱਚ ਕੀ ਸੱਚੀ ਇਹ ਸਾਬਤ ਕੀਤਾ ਹੈ ਕਿ ਅਸੀਂ ਲਵ ਕੁਸ਼ ਦੀ ਵੰਸ਼ ਵਿੱਚੋਂ ਹਾਂ? ਫਿਰ ਮੋਦੀ ਦਾ ਜਿਹੜਾ ਬਿਆਨ ਹੈ ਉਹਦੇ 'ਚ ਕਿੰਨੀ ਕੁ ਸੱਚਾਈ ਹੈ, ਕੀ ਝੂਠ ਹੈ ਉਹਦੇ ਵਿੱਚ?
ਤੇ ਫਿਰ ਭਾਈ ਰਣਜੀਤ ਸਿੰਘ ਜੀ ਦੀ ਇਹ ਗੱਲ ਕਿੰਨੀ ਕੁ ਸਿਆਣਪ ਵਾਲੀ ਆ ਵੀ ਗ੍ਰੰਥ ਰੱਦ ਕਰ ਦੇਣੇ ਚਾਹੀਦੇ ਨੇ। ਇਹ ਸਾਰੀ ਵਿਚਾਰ ਅੱਜ ਆਪਾਂ ਕਰਨੀ ਆ, ਕੋਈ ਪੱਖ ਨਾ ਛੱਡਿਓ ਸਾਧ ਸੰਗਤ, ਕਿਉਂਕਿ ਇੱਕ ਇੱਕ ਜਵਾਬ ਅੱਜ ਸੰਗਤ ਤੱਕ ਪਹੁੰਚਣਾ ਜ਼ਰੂਰੀ ਏ। ਤੇ ਦਾਸ ਸਤਿਗੁਰੂ ਦੀ ਕਿਰਪਾ ਦੇ ਸਦਕਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਹੀ ਇਹ ਸਿੱਧ ਕਰੇਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਬਚਨਾਂ ਮੁਤਾਬਕ ਸਤਿਗੁਰਾਂ ਨੇ ਸਾਬਤ ਕੀਤਾ ਹੈ ਸਾਡਾ ਹਿੰਦੂਆਂ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ, ਸਾਡਾ ਲਵ ਕੁਸ਼ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਇਹ ਸਤਿਗੁਰਾਂ ਨੇ ਆਪ ਸਾਬਤ ਕੀਤਾ ਹੈ। ਸੋ ਇਹ ਸਾਰੀ ਵਿਚਾਰ ਆਪਾਂ ਕਰਨੀ ਹੈ ਸਾਧ ਸੰਗਤ। ਹਾਲਾਂਕਿ ਦਾਸ ਦੀ ਇਹ ਸਾਰੇ ਵਿਸ਼ੇ ਤੇ ਇੰਟਰਵਿਊ ਅਕਾਲ ਚੈਨਲ ਤੇ ਹੋ ਚੁੱਕੀ ਹੈ, ਪਰ ਉਹਨਾਂ ਦੇ ਕਿਸੇ ਟੈਕਨੀਕਲ ਇਸ਼ੂ ਕਰਕੇ ਥੋੜਾ ਡਿਲੇ ਹੋ ਰਿਹਾ, ਸ਼ਾਇਦ ਕੱਲ ਭਲਕੋ ਵੀ ਆ ਜਾਵੇ। ਪਰ ਦਾਸ ਨੇ ਸੋਚਿਆ ਵੀ ਸਮਾਂ ਲੰਘਣ ਤੋਂ ਬਾਅਦ ਜੇ ਅਸੀਂ ਸੱਚ ਕਹਿ ਵੀ ਦਈਏ ਤੇ ਉਹ ਉਨੀ ਇੰਪੋਰਟੈਂਸ ਨਹੀਂ ਰੱਖਦਾ। ਇਸ ਕਰਕੇ ਸਮਾਂ ਰਹਿੰਦਿਆਂ ਦਾਸ ਉਹਨਾਂ ਹੀ ਵਿਚਾਰਾਂ ਨੂੰ ਰਿਵਾਈਂਡ ਕਰਕੇ ਫਿਰ ਆਪਣੇ ਪਲੇਟਫਾਰਮ ਤੇ ਤੁਹਾਡੇ ਸਾਹਮਣੇ ਰੱਖ ਰਿਹਾ। ਤਾਂ ਸਭ ਤੋਂ ਪਹਿਲਾਂ ਜੋ ਐਡਾ ਵੱਡਾ ਗੁਨਾਹ ਇਕਬਾਲ ਸਿੰਘ ਨੇ ਕੀਤਾ ਹੈ, ਇਸ ਤੋਂ ਪਹਿਲਾਂ ਕਿ ਮੈਂ ਆਪਣੀ ਵਿਚਾਰ ਰੱਖਾਂ ਜਾਂ ਗੁਰਬਾਣੀ ਦੇ ਵਿੱਚੋਂ ਵਿਚਾਰੀਏ ਵੀ ਅਸੀਂ ਉਹਨਾਂ ਦੀ ਵੰਸ਼ ਵਿੱਚੋਂ ਹਾਂ ਕਿ ਨਹੀਂ, ਸਾਡਾ ਉਹਨਾਂ ਨਾਲ ਸੰਬੰਧ ਹੈ ਕਿ ਨਹੀਂ, ਉਸ ਤੋਂ ਪਹਿਲਾਂ ਮੈਂ ਸਾਡੇ ਜਥੇਦਾਰਾਂ ਨੂੰ ਇਹ ਬੇਨਤੀ ਜ਼ਰੂਰ ਕਰਾਂਗਾ ਕਿ ਕਿਰਪਾ ਕਰਕੇ ਜੋ ਇਕਬਾਲ ਸਿੰਘ ਨੇ ਇਹ ਗੁਨਾਹ ਕੀਤਾ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਕਿਉਂਕਿ ਅੱਜ ਜੇ ਅਸੀਂ ਖਾਮੋਸ਼ ਹਾਂ, ਸਾਡੀ ਖਾਮੋਸ਼ੀ ਦੁਨੀਆ ਨੂੰ ਇਹੀ ਮੈਸੇਜ ਦੇਵੇਗੀ ਵੀ ਅਸੀਂ ਵੀ ਇਕਬਾਲ ਸਿੰਘ ਦੇ ਨਾਲ ਸਹਿਮਤ ਹਾਂ। ਪਰ ਜੇ ਅੱਜ ਅਸੀਂ ਉਹਨਾਂ ਤੇ ਸਖਤ ਕਾਰਵਾਈ ਕਰਦੇ ਹਾਂ ਤੇ ਦੁਨੀਆ ਨੂੰ ਇਹ ਸੰਦੇਸ਼ਾ ਪਹੁੰਚ ਜਾਵੇਗਾ ਕਿ ਇਹੋ ਜਿਹੇ ਬੰਦੇ ਕੌਮ ਵਿਰੋਧੀ ਬਿਆਨ ਵੀ ਦੇ ਦੇਣ, ਕੌਮ ਉਹਨਾਂ ਨੂੰ ਪ੍ਰਵਾਨ ਨਹੀਂ ਕਰੇਗੀ। ਸਾਡਾ ਉਹਨਾਂ ਤੇ ਕੀਤੀ ਸਖਤ ਕਾਰਵਾਈ ਇਹ ਸਾਬਤ ਕਰੇਗੀ ਵੀ ਅਸੀਂ ਉਹਨਾਂ ਦੀ ਵਿਚਾਰ ਨਾਲ ਰੰਚਕ ਮਾਤਰ ਵੀ ਸਹਿਮਤ ਨਹੀਂ ਆ। ਇਸ ਕਰਕੇ ਜਲਦੀ ਤੋਂ ਜਲਦੀ ਇਹ ਐਕਸ਼ਨ ਲੈਣਾ ਬਹੁਤ ਜ਼ਰੂਰੀ ਆ। ਹੁਣ ਜਿਹੜੀ ਗੱਲ ਆਪਾਂ ਕਰੀਏ ਵੀ ਇਹ ਲੋਕ ਕਹਿੰਦੇ ਨੇ ਵੀ ਅਸੀਂ ਹਿੰਦੂਆਂ ਦਾ ਹਿੱਸਾ, ਸਮੇਂ-ਸਮੇਂ ਤੇ ਇਹ ਗੱਲ ਕਹੀ ਜਾਂਦੀ ਆ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਕਿ ਧਰਮ ਦੀ ਦੁਨੀਆ ਦੇ ਵਿੱਚ ਇਹ ਸਵਾਲ ਬਣਦਾ ਹੀ ਨਹੀਂ ਕਿ ਸਾਡੇ ਪੂਰਵਜ ਕੌਣ ਨੇ। ਧਰਮ ਦੀ ਦੁਨੀਆ ਵਿੱਚ ਇਹ ਮੈਟਰ ਹੀ ਨਹੀਂ ਕਰਦਾ ਕਿ ਸਾਡੇ ਪੂਰਵਜ ਕੌਣ ਨੇ, ਕਿਉਂਕਿ ਮੈਂ ਅਕਸਰ ਬੇਨਤੀ ਕਰਦਾ ਹੁੰਦਾ ਹੈ ਕਿ ਦੋ ਜਾਣਿਆਂ ਦਾ ਖੂਨ ਇੱਕੋ ਹੋ ਗਿਆ, ਇੱਥੋਂ ਇਹ ਸਾਬਤ ਨਹੀਂ ਹੁੰਦਾ ਕਿ ਉਹਨਾਂ ਦਾ ਧਰਮ ਵੀ ਇੱਕੋ ਹੈ। ਖੂਨ ਦਾ ਇੱਕ ਹੋਣਾ ਧਰਮ ਦੇ ਇੱਕ ਹੋਣ ਨੂੰ ਸਾਬਤ ਨਹੀਂ ਕਰਦਾ। ਰਿਸ਼ਤਿਆਂ ਦਾ ਇੱਕ ਹੋਣਾ ਧਰਮ ਨੂੰ ਇੱਕ ਹੋਣਾ ਸਾਬਤ ਨਹੀਂ ਕਰਦਾ। ਠੀਕ ਹੈ, ਇਹ ਕਾਨੂੰਨੀ ਕਾਰਵਾਈ ਦੇ ਵਿੱਚ ਕਾਗਜ਼ੀ ਤੌਰ ਤੇ ਲਿਖ ਦਿੱਤਾ ਜਾਂਦਾ ਹੈ, ਪਰ ਜੇ ਅਸੀਂ ਧਰਮ ਦੇ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ ਜੋ ਸਾਡੇ ਪੂਰਵਜਾਂ ਦਾ ਧਰਮ ਹੈ, ਜ਼ਰੂਰੀ ਨਹੀਂ ਕਿ ਆਉਣ ਵਾਲੀ ਪੀੜ੍ਹੀ ਵੀ ਉਹੀ ਧਰਮ ਦੇ ਮੈਂਬਰ ਹੋਵੇਗੀ, ਕਿਉਂਕਿ ਧਰਮ ਇੱਕ ਵਿਚਾਰਧਾਰਾ ਹੈ। ਜੇ ਤਾਂ ਵਿਚਾਰਧਾਰਾ ਪੂਰਵਜਾਂ ਨਾਲ ਰਲ ਰਹੀ ਹੈ ਤੇ ਕਹਿ ਸਕਦੇ ਹਾਂ ਕਿ ਇਹ ਵੀ ਉਹੀ ਧਰਮ ਦੇ ਆ। ਜੇ ਵਿਚਾਰਧਾਰਾ ਕਿਸੇ ਨਾਲ ਰਲ ਰਹੀ ਆ ਤੇ ਕਹਿ ਸਕਦੇ ਆ ਵੀ ਇਹ ਵੀ ਉਹੀ ਧਰਮ ਦੇ ਆ। ਪਰ ਜੇ ਵਿਚਾਰਧਾਰਾ ਹੀ ਉਹਨਾਂ ਦੇ ਵਿਰੋਧ ਵਿੱਚ ਆ, ਫਿਰ ਕਿਵੇਂ ਕਹਿ ਸਕਦੇ ਆ ਵੀ ਉਹਨਾਂ ਦੇ ਨਾਲ ਸਾਡਾ ਧਰਮ ਮੈਚ ਕਰ ਗਿਆ। ਹੁਣ ਮੈਂ ਇੱਕ ਛੋਟੀ ਜੀ ਉਦਾਹਰਨ ਲਵਾਂ। ਮੈਂ ਪਿੱਛੇ ਜੇ ਇੱਕ ਜੋੜਾ ਦੇਖਿਆ ਜੀ, ਇੱਕ ਮੁਸਲਮਾਨ ਵੀਰ ਨੇ ਇੱਕ ਹਿੰਦੂ ਭੈਣ ਨਾਲ ਸ਼ਾਦੀ ਕਰਾਈ, ਵਿਆਹ ਕਰਾਇਆ, ਤੇ ਉਹਨਾਂ ਦਾ ਮੈਂ ਵਿਆਹ ਬਾਰੇ ਤਾਂ ਦੇਖ ਲਿਆ, ਪਰ ਹੋ ਸਕਦਾ ਉਹਨਾਂ ਦੇ ਘਰ ਅੱਜ ਬਾਲਕ ਨੇ ਜਨਮ ਲੈ ਲਿਆ ਹੋਵੇ, ਬੱਚਾ ਹੋ ਗਿਆ ਹੋਵੇ। ਤੇ ਸੋਚ ਕੇ ਦੇਖੋ ਸਾਧ ਸੰਗਤ, ਪਿਤਾ ਮੁਸਲਮਾਨ ਹੈ, ਮਾਤਾ ਹਿੰਦੂ ਹੈ, ਉਹਨਾਂ ਦੇ ਘਰ ਜਿਸ ਬੱਚੇ ਨੇ ਜਨਮ ਲਿਆ ਉਹਦਾ ਧਰਮ ਕਿਹੜਾ ਹੋਵੇਗਾ? ਕਿ ਉਹ ਮੁਸਲਮਾਨ ਹੋਵੇਗਾ ਕਿ ਹਿੰਦੂ ਹੋਵੇਗਾ? ਹੁਣ ਪਿਤਾ ਮੁਸਲਮਾਨ ਹੈ, ਮਾਤਾ ਹਿੰਦੂ ਹੈ, ਬੱਚੇ ਦਾ ਧਰਮ ਕਿਹੜਾ ਹੋਵੇਗਾ? ਪਿਤਾ ਦਾ ਧਰਮ ਕੀ ਹੈ, ਮਾਤਾ ਦਾ ਧਰਮ ਕੀ ਹੈ? ਇੱਥੋਂ ਇਹ ਸਿੱਧ ਨਹੀਂ ਹੋਣਾ ਕਿ ਬੱਚੇ ਦਾ ਧਰਮ ਕੀ ਹੈ। ਬੱਚਾ ਆਪ ਡਿਸਾਈਡ ਕਰੇਗਾ ਕਿ ਮੈਂ ਕਿਹੜੀ ਵਿਚਾਰਧਾਰਾ ਅਪਣਾਉਣੀ ਆ, ਤੇ ਜਿਹੜੀ ਵੀ ਵਿਚਾਰਧਾਰਾ ਉਹ ਅਪਣਾਏਗਾ ਉਹੀ ਉਹਦਾ ਧਰਮ ਹੋਵੇਗਾ। ਤੇ ਜੇ ਉਹਨੇ ਮੰਨ ਲਓ ਮੁਸਲਮਾਨ ਵੀਰਾਂ ਦੀ ਵਿਚਾਰਧਾਰਾ ਨਹੀਂ ਅਪਣਾਈ, ਕਿਵੇਂ ਕਹਿ ਸਕਦੇ ਹੋ ਮੁਸਲਮਾਨ ਹੈ? ਜੇ ਉਹਨੇ ਹਿੰਦੂ ਵੀਰਾਂ ਦੀ ਵਿਚਾਰਧਾਰਾ ਨਹੀਂ ਅਪਣਾਈ, ਸਗੋਂ ਵਿਰੋਧ ਕਰ ਰਿਹਾ, ਫਿਰ ਕਿਵੇਂ ਕਹਿ ਸਕਦੇ ਆ ਉਹ ਹਿੰਦੂ ਹੈ? ਹੁਣ ਜੇ ਰਹੀ ਗੱਲ ਗੁਰੂ ਨਾਨਕ ਸਾਹਿਬ ਦੀ, ਇਹਦੇ 'ਚ ਕੋਈ ਸ਼ੱਕ ਨਹੀਂ, ਸਾਡਾ ਇਤਿਹਾਸ ਦੱਸਦਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਮਹਿਤਾ ਕਲਿਆਣ ਦਾਸ ਜੀ ਦੇ ਗ੍ਰਹਿ ਵਿਖੇ ਹੋਇਆ। ਉਸ ਫੈਮਿਲੀ ਵਿੱਚ ਹੋਇਆ ਜਿਹੜੀ ਹਿੰਦੂ ਧਰਮ ਨਾਲ ਸੰਬੰਧ ਰੱਖਦੀ ਹੈ। ਬੇਦੀਆਂ ਦੀ ਕੁਲ ਦੇ ਵਿੱਚ ਆਪ ਜੀ ਨੇ ਪ੍ਰਕਾਸ਼ ਧਾਰਿਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਕਿਉਂਕਿ ਸਾਡੇ ਇਤਿਹਾਸ ਦੇ ਪੰਨਿਆਂ 'ਚ ਲਿਖਿਆ। ਪਰ ਇੱਥੋਂ ਇਹ ਸਾਬਤ ਨਹੀਂ ਹੁੰਦਾ ਵੀ ਗੁਰੂ ਨਾਨਕ ਸਾਹਿਬ ਵੀ ਹਿੰਦੂ ਹੋ ਗਏ। ਜੇ ਸੱਚੀ ਗੁਰੂ ਨਾਨਕ ਸਾਹਿਬ ਹਿੰਦੂ ਹੁੰਦੇ, ਫਿਰ ਤਾਂ ਹਿੰਦੂ ਵਿਚਾਰਧਾਰਾ ਨੂੰ ਅਪਣਾ ਲੈਣਾ ਸੀ,
ਹਿੰਦੂ ਵਿਚਾਰਧਾਰਾ ਕੀ ਕਹਿੰਦੀ ਆ ਕਿ ਜਨੇਊ ਪਾਉਣਾ ਜ਼ਰੂਰੀ ਆ, ਪਰ ਗੁਰੂ ਨਾਨਕ ਸਾਹਿਬ ਤਾਂ ਪੰਡਤ ਦਾ ਗੁੱਟ ਪਕੜ ਕੇ ਕਹਿ ਰਹੇ, ਹੱਥ ਰੋਕ ਕੇ ਕਹਿ ਰਹੇ, ਭਰਾਵਾ ਮੈਂ ਇਹ ਜਨੇਊ ਨਹੀਂ ਪੈਣਾ। ਗੁਰੂ ਸਾਹਿਬ ਤਾਂ ਠੋਕ ਕੇ ਕਹਿ ਰਹੇ ਵੀ ਮੈਂ ਜੰਜੂ ਤੇ ਬਲੀਵ ਹੀ ਨਹੀਂ ਕਰਦਾ। ਉਹਨਾਂ ਦਾ ਧਰਮ ਕਹਿੰਦਾ ਹੈ ਵੀ ਮੱਥੇ ਤੇ ਤਿਲਕ ਲਾਉਣਾ ਹੈ, ਪਰ ਗੁਰੂ ਨਾਨਕ ਸਾਹਿਬ ਨੇ ਨਾ ਤਿਲਕ ਲਾਇਆ ਤੇ ਨਾ ਸਿੱਖਾਂ ਨੂੰ ਲਾਉਣ ਦਿੱਤਾ। ਨਾ ਗੁਰੂ ਸਾਹਿਬ ਨੇ ਜਨੇਊ ਪਾਇਆ ਤੇ ਨਾ ਸਿੱਖਾਂ ਨੂੰ ਪਾਉਣ ਦਿੱਤਾ। ਨਾ ਗੁਰੂ ਸਾਹਿਬ ਜੀ ਨੇ ਸ਼ਿਵ ਜੀ ਦੀ ਪੂਜਾ ਕੀਤੀ ਤੇ ਨਾ ਕਰਨ ਦਿੱਤੀ ਸਿੱਖਾਂ ਨੂੰ। ਤੁਸੀਂ ਦੇਖੋ ਉਹਨਾਂ ਦਾ ਧਰਮ ਸ਼ਿਵ ਜੀ ਦਾ ਉਪਾਸ਼ਕ ਹੈ, ਸ਼੍ਰੀ ਰਾਮਚੰਦਰ ਨੂੰ ਭਗਵਾਨ ਮੰਨਦੇ ਨੇ, ਪਰ ਗੁਰੂ ਨਾਨਕ ਸਾਹਿਬ ਨਾ ਤਾਂ ਸ਼੍ਰੀ ਰਾਮਚੰਦਰ ਨੂੰ ਭਗਵਾਨ ਮੰਨਦੇ ਨੇ, ਨਾ ਸ਼੍ਰੀ ਕ੍ਰਿਸ਼ਨ ਨੂੰ ਪਰਮਾਤਮਾ ਮੰਨਦੇ ਨੇ, ਨਾ ਸ਼ਿਵ ਜੀ ਦੇ ਉਪਾਸ਼ਕ ਨੇ। ਸਗੋਂ ਗੁਰੂ ਨਾਨਕ ਸਾਹਿਬ ਤਾਂ ਕਹਿੰਦੇ ਮੈਂ ਉਸ ਪਰਮਾਤਮਾ ਨੂੰ ਮੰਨਦਾ ਜਿਹੜਾ ਘਟ ਘਟ 'ਚ ਰਮਿਆ ਹੋਇਆ ਹੈ, ਹਰ ਥਾਂ ਤੇ ਮੌਜੂਦ ਹੈ। ਮੈਂ ਸ਼੍ਰੀ ਰਾਮਚੰਦਰ ਨੂੰ ਤਾਂ ਪਰਮਾਤਮਾ ਮੰਨਦਾ ਹੀ ਨਹੀਂ। ਹੁਣ ਉਹਨਾਂ ਦੀ ਹਰ ਵਿਚਾਰਧਾਰਾ ਦਾ ਵਿਰੋਧ ਗੁਰੂ ਨਾਨਕ ਸਾਹਿਬ ਕਰ ਰਹੇ ਨੇ, ਕਿਸੇ ਵੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਗੁਰੂ ਨਾਨਕ ਸਾਹਿਬ। ਫਿਰ ਕਿਹੜੇ ਐਂਗਲ ਤੋਂ ਕਹਿ ਸਕਦੇ ਹਾਂ ਵੀ ਗੁਰੂ ਨਾਨਕ ਸਾਹਿਬ ਹਿੰਦੂ ਹੋ ਗਏ ਜਾਂ ਵੀ ਬੇਦੀ ਹੋ ਗਏ, ਜੇ ਉਹਨਾਂ ਦੀ ਕੋਈ ਰਸਮ ਅਪਣਾਈ ਨਹੀਂ। ਹੁਣ ਮੈਂ ਇੱਕ ਹੋਰ ਉਦਾਹਰਣ ਲਵਾਂ, ਭਾਈ ਲਹਿਣਾ ਜੀ ਦੇਖ ਲਓ, ਪਹਿਲਾਂ ਦੇਵੀ ਪੂਜਾ ਕਰਦੇ ਸੀ ਨਾ, ਦੇਵੀਆਂ ਦੇ ਯਾਤਰਾ ਤੇ ਜਾਂਦੇ ਸੀ, ਪਰ ਜਦੋਂ ਗੁਰੂ ਨਾਨਕ ਸਾਹਿਬ ਦੀ ਸ਼ਰਣੀ ਆ ਗਏ ਉਹਨਾਂ ਨੇ ਸਭ ਕੁਝ ਛੱਡ ਦਿੱਤਾ। ਜੇ ਸਿੱਖ ਹਿੰਦੂ ਹੀ ਹੁੰਦੇ ਤੇ ਫਿਰ ਗੁਰੂ ਨਾਨਕ ਸਾਹਿਬ ਦੀ ਸ਼ਰਣੀ ਆ ਕੇ ਵੀ ਉਹਨਾਂ ਨੇ ਦੇਵੀ ਪੂਜਾ ਕਰਦੇ ਰਹਿਣਾ ਸੀ, ਕੋਈ ਪ੍ਰੋਬਲਮ ਨਹੀਂ ਸੀ ਹੋਣੀ ਚਾਹੀਦੀ। ਪਰ ਜਿਉਂ ਹੀ ਸ਼ਰਣੀ ਆਏ ਉਹਨਾਂ ਨੂੰ ਸਭ ਕੁਝ ਛੱਡਣਾ ਪਿਆ ਹੈ। ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਗੁਰੂ ਸਾਹਿਬ ਜੀ ਦੀ ਸ਼ਰਣੀ ਆਉਣ ਤੋਂ ਪਹਿਲਾਂ, ਗੁਰੂ ਅੰਗਦ ਸਾਹਿਬ ਜੀ ਦੀ ਸ਼ਰਣੀ ਆਉਣ ਤੋਂ ਪਹਿਲਾਂ ਤੀਰਥਾਂ ਤੇ ਇਸ਼ਨਾਨ ਕਰਨ ਜਾਂਦੇ ਸਨ ਨਾ, ਗੰਗਾ ਨਹਾਉਣ ਜਾਂਦੇ ਸਨ ਨਾ, ਸਾਰੀਆਂ ਯਾਤਰਾਵਾਂ ਕਰਦੇ ਸਨ। ਪਰ ਜਦੋਂ ਹੀ ਗੁਰੂ ਸਾਹਿਬ ਦੀ ਸ਼ਰਣੀ ਆ ਗਏ ਸਭ ਕੁਝ ਛੱਡ ਦਿੱਤਾ। ਜੇ ਅਸੀਂ ਸੱਚੀ ਹਿੰਦੂ ਹੁੰਦੇ ਤੇ ਫਿਰ ਉਹ ਰਸਮਾਂ ਤਾਂ ਗੁਰੂ ਸਾਹਿਬ ਨੇ ਮੰਨੀ ਜਾਣੀਆਂ ਸੀ, ਸਿੱਖਾਂ ਨੂੰ ਵੀ ਪ੍ਰਚਾਰ ਕਰਨਾ ਸੀ। ਪਰ ਜਨੇਊ ਦੀ ਗੱਲ ਆਉਂਦੀ ਆ ਤੇ ਗੁਰੂ ਨਾਨਕ ਸਾਹਿਬ ਨੇ ਠੋਕ ਕੇ ਕਿਹਾ ਸੀ, ਤੱਗ ਨਾ ਇੰਦਰੀ ਤੱਗ ਨਾ ਨਾਰੀ, ਭਲਕੇ ਥੁੱਕ ਪਵੈ ਨਿਤ ਦਾੜੀ, ਤੱਗ ਨਾ ਪੈਰੀ ਤੱਗ ਨਾ ਹੱਥੀ, ਤੱਗ ਨਾ ਜੇਵਾ ਤੱਗ ਨਾ ਅੱਖੀ। ਜਾਂ ਮਹਾਰਾਜ ਨੇ ਕਿਹਾ, ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਉਹਨਾਂ ਦਾ ਧਰਮ ਜਨੇਊ ਤੇ ਸ਼ਰਧਾ ਰੱਖਦਾ ਹੈ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਉਹ ਧਾਗਾ ਪਾਉਣਾ ਹੀ ਨਹੀਂ ਜਿਹੜਾ ਘਸ ਜਾਂਦਾ ਹੈ, ਸੜ ਜਾਂਦਾ, ਪੁਰਾਣਾ ਹੋ ਜਾਂਦਾ ਹੈ। ਗੁਣਾਂ ਨੂੰ ਮੈਂ ਜ਼ਰੂਰ ਧਾਰਨ ਕੀਤਾ ਹੈ, ਪਰ ਮੈਂ ਨਹੀਂ ਜਨੇਊ ਪਾਉਣਾ। ਗੁਰੂ ਨਾਨਕ ਸਾਹਿਬ ਦੀ ਆਪਣੀ ਵਿਚਾਰਧਾਰਾ ਇਹ ਸਾਬਤ ਕਰਦੀ ਹੈ ਕਿ ਸਾਡਾ ਰੰਚਕ ਮਾਤਰ ਵੀ ਉਸ ਧਰਮ ਦੇ ਨਾਲ ਕੋਈ ਸੰਬੰਧ ਨਹੀਂ ਹੈ। ਫਿਰ ਹੁਣ ਅਗਲੀ ਗੱਲ ਆ ਗਈ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਲਿਖਿਆ ਕਿ ਅਸੀਂ ਲਵ ਕੁਸ਼ ਦੀ ਵੰਸ਼ ਵਿੱਚੋਂ ਹਾਂ, ਜਾਂ ਸਾਡਾ ਉਹਨਾਂ ਨਾਲ ਸੰਬੰਧ ਹੈ, ਸਾਡਾ ਹਿੰਦੂਆਂ ਨਾਲ ਸੰਬੰਧ ਹੈ, ਉਹ ਸਾਡੇ ਪੂਰਵਜ ਨੇ। ਇੱਥੇ ਮੈਂ ਇੱਕ ਬੇਨਤੀ ਕਰਾਂ, ਭਾਈ ਰਣਜੀਤ ਸਿੰਘ ਜੀ ਨੇ ਵੀ ਜਿਹੜੀ ਗ੍ਰੰਥਾਂ ਨੂੰ ਰੱਦ ਕਰਨ ਦੀ ਗੱਲ ਕੀਤੀ ਆ ਨਾ, ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ। ਹੁਣ ਤੁਸੀਂ ਦੇਖ ਲਓ ਜਿਹੜੀਆਂ ਸਾਡੀਆਂ ਵਿਰੋਧੀ ਤਾਕਤਾਂ ਨੇ, ਵਿਰੋਧੀ ਲੋਕ ਨੇ, ਤੁਸੀਂ ਦੇਖ ਲਓ ਉਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਦੇ ਕੇ ਇਹ ਸਾਬਤ ਕਰਨਾ ਚਾਹੁੰਦੇ ਵੀ ਅਸੀਂ ਹਿੰਦੂਆਂ ਦਾ ਅੰਗ ਹੈ, ਤੇ ਕੀ ਅਸੀਂ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਰੱਦ ਕਰ ਦਈਏ? ਆ ਪਿੱਛੇ ਜੇ ਮੈਂ ਇੱਕ ਵੀਡੀਓ ਪਾਈ ਜੀ ਗੁਰਬਾਣੀ ਦੇ ਹਵਾਲੇ ਦੇ ਕੇ ਕਿ ਗੁਰਬਾਣੀ ਕ੍ਰਿਸ਼ਨ ਜੀ ਨੂੰ ਪ੍ਰਮਾਤਮਾ ਨਹੀਂ ਮੰਨਦੀ, ਤੇ ਇਹਨਾਂ ਕਈ ਹਿੰਦੂਆਂ ਨੇ ਕਮੈਂਟਾਂ ਦੇ ਵਿੱਚ ਗੁਰਬਾਣੀ ਦੇ ਹੀ ਬਚਨਾਂ ਤੋਂ ਇਹ ਝੂਠੇ ਦਾਅਵੇ ਕੀਤੇ ਕਿ ਆ ਦੇਖੋ ਜੀ ਤੁਹਾਡੀ ਗੁਰਬਾਣੀ ਸ਼੍ਰੀ ਕ੍ਰਿਸ਼ਨ ਨੂੰ ਵੀ ਪੂਜਦੀ, ਸ਼੍ਰੀ ਰਾਮ ਨੂੰ ਵੀ ਪੂਜਦੀ ਹੈ। ਹੁਣ ਇਹ ਲੋਕ ਤਾਂ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹਵਾਲੇ ਦੇ ਕੇ ਸਾਨੂੰ ਹਿੰਦੂ ਸਾਬਤ ਕਰਨਾ ਚਾਹੁੰਦੇ ਨੇ। ਆਪਾਂ ਸਾਰੇ ਜਾਣਦੇ ਹਾਂ ਕਿ ਗੁਰਬਾਣੀ ਦੇ ਵਿੱਚ ਰਾਮ ਸ਼ਬਦ ਦੀ ਵਰਤੋਂ ਕੀਤੀ ਗਈ ਹੈ, ਤੇ ਸਭ ਨੂੰ ਪਤਾ ਹੈ ਵੀ ਕੀ ਅਰਥ ਹੈ ਉਸ ਰਾਮ ਦਾ। ਗੁਰਬਾਣੀ ਦੇ ਵਿੱਚ ਜਦੋਂ ਵੀ ਪ੍ਰਮਾਤਮਾ ਲਈ ਸ਼ਬਦ ਰਾਮ ਵਰਤਿਆ ਗਿਆ ਹੈ, ਉੱਥੇ ਰਾਮ ਦਾ ਅਰਥ ਰਮਿਆ ਹੋਇਆ ਰਾਮ ਹੈ। ਪਰ ਇਹ ਵਿਰੋਧੀ ਲੋਕ ਇਹ ਦਾਅਵਾ ਕਰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੇ ਸ਼੍ਰੀ ਰਾਮਚੰਦਰ ਦੀ ਪੂਜਾ ਕੀਤੀ, ਦੇਖੋ ਕਿੰਨੀ ਵਾਰ ਰਾਮ ਸ਼ਬਦ ਆਇਆ। ਉਹ ਤਾਂ ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹਵਾਲੇ ਦੇ ਕੇ ਹਿੰਦੂ ਸਾਬਤ ਕਰਨਾ ਚਾਹੁੰਦੇ ਨੇ। ਇਹਦਾ ਮਤਲਬ ਉਹ ਗਲਤ ਅਰਥ ਕਰਦੇ ਨੇ। ਇਸੇ ਤਰ੍ਹਾਂ ਗੱਲ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦੀ ਆਵੇ ਨਾ, ਮੈਂ ਇੱਕ ਚੀਜ਼ ਵੇਖੀ ਆ, ਇਹ ਸਾਡੇ ਵਿਰੋਧੀ ਲੋਕ ਇੰਨੇ ਚਲਾਕ ਨੇ ਨਾ ਕਿ ਜਿਹੜੀ ਗੱਲ ਤੋਂ, ਜਿਹੜੀ ਗੁਰੂ ਦੀ ਗੱਲ ਤੋਂ ਇਹ ਸਾਬਤ ਹੁੰਦਾ ਹੋਵੇ ਵੀ ਸਾਡਾ ਇਹਨਾਂ ਨਾਲ ਕੋਈ ਸੰਬੰਧ ਨਹੀਂ, ਇਹ ਚਲਾਕ ਲੋਕ ਉਸੇ ਹੀ ਗੱਲ ਤੋਂ ਇਹ ਸਾਬਤ ਕਰਦੇ ਨੇ, ਝੂਠੇ ਦਾਅਵੇ ਕਰਦੇ ਨੇ ਕਿ ਅਸੀਂ ਹਿੰਦੂਆਂ ਦਾ ਹੀ ਅੰਗ ਹਾਂ। ਕਿੰਨੀ ਚਲਾਕੀ ਇਹਨਾਂ ਦੇ ਵਿੱਚ। ਜਿਵੇਂ ਹੁਣ ਰਾਮ ਸ਼ਬਦ ਕਹਿ ਕੇ ਮਹਾਰਾਜ ਨੇ ਦੁਨੀਆ ਨੂੰ ਸਮਝਾਇਆ, ਭਰਾਵੋ ਸ਼੍ਰੀ ਰਾਮਚੰਦਰ ਨੂੰ ਨਾ ਪੂਜੋ, ਰਮੇ ਹੋਏ ਰਾਮ ਨੂੰ ਪੂਜੋ। ਪਰ ਬੜੀ ਚਲਾਕੀ ਦੇ ਨਾਲ ਇਹਨਾਂ ਨੇ ਉਸੇ ਰਾਮ ਸ਼ਬਦ ਨੂੰ ਸ਼੍ਰੀ ਰਾਮਚੰਦਰ ਹੋਣ ਦਾ ਦਾਅਵਾ ਕੀਤਾ। ਚਲਾਕ ਨੇ ਲੋਕ। ਫਿਰ ਤੁਸੀਂ ਦੇਖ ਲਓ ਭਾਈ ਗੁਰਦਾਸ ਜੀ ਨੇ ਇੱਕ ਸ਼ਬਦ ਵਰਤਿਆ, ਬੈਠਾ ਸੋਢੀ ਪਾਤਸ਼ਾਹ,
ਰਾਮਦਾਸ ਸਤਿਗੁਰੂ ਕਹਾਵੈ। ਮੈਂ ਬੇਨਤੀ ਕਰਾਂ, ਕੋਈ ਵੀ ਲਿਖਤ ਲਿਖੀ ਜਾਂਦੀ ਆ ਨਾ ਗੁਰੂ ਸਾਹਿਬਾਨਾਂ ਵੱਲੋਂ ਜਾਂ ਭਾਈ ਗੁਰਦਾਸ ਜੀ ਵਰਗੇ ਸਿੱਖਾਂ ਵੱਲੋਂ, ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ। ਸਾਨੂੰ ਉਹ ਭਾਵਨਾ, ਉਹਦਾ ਭਾਵ ਅਰਥ ਤੇ ਜ਼ਰੂਰ ਜਾਣਾ ਚਾਹੀਦਾ ਹੈ। ਹੁਣ ਭਾਈ ਗੁਰਦਾਸ ਜੀ ਨੇ ਸੋਢੀ ਪਾਤਸ਼ਾਹ ਸ਼ਬਦ ਵਰਤਿਆ, ਕਿ ਅਸੀਂ ਇੱਥੋਂ ਇਹ ਸਮਝ ਲਈਏ ਵੀ ਗੁਰੂ ਰਾਮਦਾਸ ਜੀ ਸੋਢੀ ਕੁੱਲ ਤੇ ਬਲੀਵ ਕਰਦੇ ਨੇ, ਉਹਨਾਂ ਨੂੰ ਉਹਨਾਂ ਦਾ ਹਿੱਸਾ ਮੰਨਦੇ ਨੇ, ਜਾਂ ਭਾਈ ਗੁਰਦਾਸ ਜੀ ਇਹ ਬਲੀਵ ਕਰਦੇ ਨੇ ਵੀ ਸਾਡਾ ਸੋਢੀਆਂ ਨਾਲ ਸੰਬੰਧ ਹੈ। ਨਹੀਂ, ਸਾਧ ਸੰਗਤ ਭੁੱਲ ਕੇ ਵੀ ਇਹ ਸਮਝ ਨਹੀਂ ਲੈਣਾ। ਹੁਣ ਇੱਥੇ ਇਹ ਪੰਕਤੀ ਵਰਤਨ ਦਾ ਕੀ ਕਾਰਨ ਹੈ? ਤੁਸੀਂ ਦੇਖ ਲਓ, ਗੁਰੂ ਰਾਮਦਾਸ ਜੀ ਦਾ ਬਚਪਨ ਇਸ ਤਰ੍ਹਾਂ ਗੁਜ਼ਰਿਆ ਕਿ ਆਪ ਜੀ ਨੇ ਆਪਣੇ ਹੀ ਪਰਿਵਾਰ ਵੱਲੋਂ ਸਭ ਤੋਂ ਵੱਧ ਗਰੀਬੀ ਕਰਕੇ ਤਾਨੇ ਚੱਲੇ ਨੇ। ਬਾਕੀ ਗੁਰੂ ਸਾਹਿਬਾਨਾਂ ਦਾ ਜ਼ਿਕਰ ਦੇਖ ਲਓ। ਹੁਣ ਸੋਢੀ ਤਾਂ ਗੁਰੂ ਅਰਜਨ ਸਾਹਿਬ ਵੀ ਹਨ, ਪਰ ਉਹਨਾਂ ਦੇ ਨਾਮ ਨਾਲ ਸੋਢੀ ਪਾਤਸ਼ਾਹ ਸ਼ਬਦ ਨਹੀਂ ਵਰਤਿਆ, ਗੁਰੂ ਰਾਮਦਾਸ ਜੀ ਦੇ ਨਾਮ ਨਾਲ ਵਰਤਿਆ। ਕਿਉਂ ਵਰਤਿਆ ਹੈ? ਇਹਦਾ ਕਾਰਨ ਤੁਸੀਂ ਦੇਖ ਲਓ। ਬਾਕੀ ਗੁਰੂ ਸਾਹਿਬਾਨ ਜਿੰਨੇ ਵੀ ਹੋਏ ਨੇ, ਠੀਕ ਹੈ, ਉਹਨਾਂ ਨੂੰ ਹੋਰ ਗੱਲਾਂ ਦਾ ਵਿਰੋਧ ਚੱਲਣਾ ਪਿਆ ਦੁਨੀਆ ਤੋਂ, ਪਰ ਗਰੀਬੀ ਕਰਕੇ ਉਹਨਾਂ ਨੂੰ ਆਪਣੇ ਪਰਿਵਾਰ ਵਾਲਿਆਂ ਤੋਂ ਇਹ ਨਹੀਂ ਸੁਣਨਾ ਪਿਆ ਵੀ ਦੇਖੋ ਜੀ ਇਹਨਾਂ ਨੇ, ਇਸ ਪੁਰਸ਼ ਨੇ ਸਾਡੀ ਕੁੱਲ ਤੇ ਦਾਗ ਲਾਇਆ, ਇਹ ਨਹੀਂ ਸੁਣਨਾ ਪਿਆ। ਪਰ ਗੁਰੂ ਰਾਮਦਾਸ ਜੀ ਐਸੇ ਸੱਚੇ ਪਾਤਸ਼ਾਹ ਹੋਏ ਨੇ ਜਿਨ੍ਹਾਂ ਨੇ ਸਭ ਤੋਂ ਵੱਧ ਤਾਨੇ ਝੱਲੇ ਆਪਣੇ ਹੀ ਪਰਿਵਾਰ ਵਾਲਿਆਂ ਦੇ, ਕਿ ਦੇਖੋ ਜੀ ਇਹਨੇ ਤਾਂ ਸੋਢੀ ਕੁੱਲ ਨੂੰ ਲਾਜ ਲਾ ਦਿੱਤੀ, ਦਾਗ ਲਾ ਦਿੱਤਾ। ਤੇ ਜਦੋਂ ਇਹ ਗੱਲਾਂ ਕਰਦੇ ਨੇ, ਸਮਾਂ ਲੰਘਿਆ, ਜਦੋਂ ਧੰਨ ਗੁਰੂ ਰਾਮਦਾਸ ਜੀ ਤਖਤਾਂ ਤੇ ਬੈਠੇ ਗੁਰੂ ਬਣੇ, ਤੇ ਭਾਈ ਗੁਰਦਾਸ ਜੀ ਨੇ ਵੀ ਕਹਿ ਦਿੱਤਾ, ਲੋਕੋ ਤੁਸੀਂ ਕਹਿੰਦੇ ਸੀ ਵੀ ਇਸ ਧੰਨ ਗੁਰੂ ਰਾਮਦਾਸ ਜੀ ਨੇ ਸੋਢੀ ਕੁੱਲ ਨੂੰ ਦਾਗ ਲਾਇਆ ਹੈ, ਆ ਦੇਖ ਲਓ ਜਿਹਨੂੰ ਤੁਸੀਂ ਦਾਗ ਲਾਉਣਾ ਕਹਿੰਦੇ ਸੀ, ਅੱਜ ਉਹੀ ਮੇਰਾ ਸਤਿਗੁਰੂ ਪਾਤਸ਼ਾਹ ਬਣ ਕੇ ਬੈਠ ਗਿਆ। ਇਹਦਾ ਕਾਰਨ ਸਿਰਫ ਇਹ ਸੀ, ਇਹ ਨਹੀਂ ਵੀ ਉਹ ਸੋਢੀ ਉਸ ਜਾਤ ਤੇ ਬਲੀਵ ਕਰਨ ਲੱਗ ਗਏ। ਹੁਣ ਜਿਹੜੀ ਗੱਲ ਗੁਰੂ ਗੋਬਿੰਦ ਸਿੰਘ ਜੀ ਤੋਂ ਮੈਂ ਬੇਨਤੀ ਕਰਾਂ, ਜਿਹੜੀ ਇੱਕ ਅੱਧੀ ਪੰਕਤੀ ਵਰਤ ਕੇ ਇਹ ਚਲਾਕ ਲੋਕ ਇਹ ਸਾਬਤ ਕਰਨਾ ਚਾਹੁੰਦੇ ਨੇ ਨਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਲਿਖਿਆ। ਇਕਬਾਲ ਸਿਆਂ ਧਿਆਨ ਨਾਲ ਇਹ ਗੱਲ ਸੁਣ ਲਾ, ਤੂੰ ਝੂਠੇ ਦਾਅਵੇ ਕਰਦਾ ਵੀ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਸਾਡਾ ਸੰਬੰਧ ਹਿੰਦੂਆਂ ਨਾਲੇ, ਲਵ ਕੁਸ਼ ਨਾਲੇ। ਉਹ ਭਲਿਆ ਪੂਰਾ ਸ਼ਬਦ ਪੜ੍ਹ ਕੇ ਸੰਗਤ ਨੂੰ ਸੁਣਾਇਆ ਹੁੰਦਾ ਤੇ ਉੱਥੋਂ ਸਾਬਤ ਹੋ ਜਾਣਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਇਹ ਸਾਬਤ ਕਰਦੇ ਪਏ ਨੇ ਕਿ ਸਾਡਾ ਇਹਨਾਂ ਨਾਲ ਕੋਈ ਸੰਬੰਧ ਨਹੀਂ ਹੈ। ਪੂਰਾ ਸ਼ਬਦ ਨਹੀਂ ਸੁਣਾਉਂਦੇ ਕਿਉਂਕਿ ਮਨ ਬੇਈਮਾਨ ਹੈ ਨਾ, ਮਨ ਕੁਝ ਹੋਰ ਕਹਿਣਾ ਚਾਹੁੰਦਾ, ਮਨ ਬੇਈਮਾਨ ਹੈ। ਤੇ ਜੇ ਮਨ ਇਮਾਨਦਾਰ ਹੁੰਦਾ ਪੂਰਾ ਸ਼ਬਦ ਪੜ੍ਹ ਕੇ ਸੁਣਾਉਣਾ ਸੀ, ਤੇ ਪੂਰਾ ਸ਼ਬਦ ਪੜ੍ਹ ਕੇ ਸੁਣਾਤਾ, ਜਿਹੜਾ ਸਹੀ ਭਾਵ ਦੁਨੀਆ ਦੇ ਸਾਹਮਣੇ ਆ ਜਾਣਾ ਸੀ। ਹੁਣ ਆਮ ਤਾਂ ਲੋਕ ਭੋਲੇ ਨੇ ਨਾ, ਉਹਨਾਂ ਨੂੰ ਤਾਂ ਪਤਾ ਨਹੀਂ, ਉਹਨਾਂ ਨੇ ਤਾਂ ਸਿੱਧੀ ਇਹ ਗੱਲ ਕਹਿ ਦੇਣੀ ਆ ਵੀ ਦੇਖੋ ਜੀ ਅਸੀਂ ਮੰਨਦੇ ਹੀ ਨਹੀਂ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ। ਪਰ ਪੂਰਾ ਸ਼ਬਦ ਕਿਸੇ ਨੇ ਇਮਾਨਦਾਰੀ ਨਾਲ ਸੁਣਾਇਆ ਹੁੰਦਾ ਤੇ ਦੁਨੀਆ ਨੂੰ ਲੱਗ ਜਾਣਾ ਸੀ ਪਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਸਗੋਂ ਇਹ ਸਾਬਤ ਕੀਤਾ ਹੈ ਕਿ ਸਾਡਾ ਇਹਨਾਂ ਨਾਲ ਕੋਈ ਸੰਬੰਧ ਨਹੀਂ। ਇੱਥੇ ਮੈਂ ਬੇਨਤੀ ਕਰ ਦੇਵਾਂ, ਹੁਣ ਮੈਂ ਉਸੇ ਬਚਨਾਂ ਦੇ, ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਦੇ ਹਵਾਲੇ ਲੈਣੇ ਨੇ। ਤੁਸੀਂ ਦੇਖੋ, ਅੱਜ ਜਿਵੇਂ ਇਹ ਲੋਕ ਸਾਨੂੰ ਕਹਿ ਰਹੇ ਨੇ ਨਾ ਵੀ ਅਸੀਂ ਹਿੰਦੂਆਂ ਦਾ ਹਿੱਸਾ ਹੈ, ਕਾਰਨ ਕੀ ਦੱਸਦੇ ਨੇ ਕਿ ਸਾਡੇ ਗੁਰੂ ਸਾਹਿਬਾਨਾਂ ਦਾ ਜਿਹੜਾ ਪ੍ਰਕਾਸ਼ ਹਿੰਦੂਆਂ ਦੇ ਘਰ ਹੋਇਆ, ਇਸ ਕਰਕੇ ਕਹਿੰਦੇ ਜੀ ਅਸੀਂ ਵੀ ਹਿੰਦੂਆਂ ਦਾ ਹਿੱਸਾ। ਇਹ ਗੱਲਾਂ ਉਸ ਵਕਤ ਗੁਰੂ ਸਾਹਿਬਾਨਾਂ ਦੇ ਸਮੇਂ ਵੀ ਹੁੰਦੀਆਂ ਸੀ। ਕਈ ਲੋਕ ਸਾਡੇ ਗੁਰੂਆਂ ਨੂੰ ਹਿੰਦੂਆਂ ਦਾ ਗੁਰੂ ਹੀ ਕਹਿੰਦੇ ਸੀ ਕਿਉਂਕਿ ਉਹਨਾਂ ਨੂੰ ਗੁਰੂ ਨਾਨਕ ਦੀ ਹਜੇ ਗੱਲ ਸਮਝ ਨਹੀਂ ਸੀ ਆਈ, ਹਜੇ ਗੁਰੂ ਨਾਨਕ ਦੇ ਘਰ ਦੀ ਸ਼ਰਣੀ ਨਹੀਂ ਸੀ ਆਏ, ਉਹਨਾਂ ਨੂੰ ਨਹੀਂ ਸੀ ਪਤਾ ਵੀ ਸੱਚ ਕੀ ਆ। ਇਸ ਕਰਕੇ ਉਹ ਇਸ ਗੱਲ ਤੋਂ ਸਮਝ ਕੇ ਕਿ ਗੁਰੂ ਸਾਹਿਬਾਨਾਂ ਦਾ ਜਿਹੜਾ ਪ੍ਰਕਾਸ਼ ਹਿੰਦੂਆਂ ਦੇ ਘਰ ਹੋਇਆ ਹੈ, ਇਸ ਕਰਕੇ ਸ਼ਾਇਦ ਹਿੰਦੂਆਂ ਦੇ ਹੀ ਗੁਰੂ ਹੋਣਗੇ। ਇਹ ਗੱਲਾਂ ਉਦੋਂ ਵੀ ਪ੍ਰਚਲਿਤ ਸੀ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਸਪਸ਼ਟ ਕਰਨਾ ਜ਼ਰੂਰੀ ਸੀ ਕਿ ਅਸੀਂ ਹਿੰਦੂਆਂ ਦਾ ਹਿੱਸਾ ਨਹੀਂ ਹਾਂ। ਤੇ ਹੁਣ ਦੇਖੋ, ਕਿਸੇ ਵੀ ਗੱਲ ਨੂੰ ਸਪਸ਼ਟ ਕਰਨਾ ਹੋਵੇ ਨਾ, ਪਹਿਲਾਂ ਲੋਕਾਂ ਦੀ ਵਿਚਾਰ ਅੱਗੇ ਰੱਖੀ ਜਾਂਦੀ ਆ, ਫਿਰ ਉੱਥੋਂ ਆਪਣਾ ਭਾਵ ਦੱਸਿਆ ਜਾਂਦਾ ਹੈ। ਜਿਵੇਂ ਮੰਨ ਲਓ ਹੁਣ ਇਕਬਾਲ ਸਿਉਂ ਨੇ ਗੱਲ ਕਹੀ, ਗੁਰੂ ਗੋਬਿੰਦ ਸਿੰਘ ਜੀ ਜਿਹੜੇ ਹਨ ਉਹ ਲਵ ਕੁਸ਼ ਦੀ ਵੰਸ਼ ਵਿੱਚੋਂ ਹਨ, ਇਹ ਗੱਲ ਕਹੀ। ਇਕਬਾਲ ਸਿਉਂ ਨੂੰ ਗੱਲ ਦਾ ਜਵਾਬ ਦੇਣਾ ਹੋਵੇ ਕਿਵੇਂ ਦੇਵਾਂਗੇ? ਪਹਿਲਾਂ ਉਹਦੇ ਬਿਆਨ ਨੂੰ ਸਾਹਮਣੇ ਰੱਖਾਂਗੇ ਸੰਗਤ ਦੇ, ਫਿਰ ਉਸ ਤੋਂ ਬਾਅਦ ਅਸੀਂ ਆਪਣੇ ਗੁਰੂ ਸਾਹਿਬਾਨਾਂ ਦੇ ਹਵਾਲੇ ਦੇ ਕੇ ਸਾਬਤ ਕਰਾਂਗੇ ਭਾਈ ਉਹ ਗਲਤ ਕਹਿੰਦਾ, ਇਸ ਤਰ੍ਹਾਂ ਹੀ ਕਰਾਂਗੇ ਨਾ। ਪਰ ਜੇ ਕੋਈ ਹੁਣ ਬੰਦਾ ਮੇਰੀ ਮੰਨ ਲਓ ਇਹ ਗੱਲ ਕੱਟ ਕੇ ਕਹਿ ਦਵੇ ਵੀ ਹਰਜੋਤ ਸਿੰਘ ਕਹਿ ਰਿਹਾ ਵੀ ਇਕਬਾਲ ਸਿੰਘ ਕਹਿੰਦਾ ਹੈ ਕਿ ਅਸੀਂ ਲਵ ਕੁਸ਼ ਦੀ ਵੰਸ਼ ਵਿੱਚੋਂ ਹਾਂ, ਤੇ ਬਸ ਇੰਨੀ ਕੁ ਲਾਈਨ ਕੱਟ ਕੇ ਅੱਗੋਂ ਹੈਡਲਾਈਨ ਲਾ ਦਵੇ ਹਰਜੋਤ ਸਿੰਘ ਨੇ ਵੀ ਮੰਨਿਆ ਕਿ ਅਸੀਂ ਲਵ ਕੁਸ਼ ਦੀ ਵੰਸ਼ ਵਿੱਚੋਂ ਹਾਂ, ਇਹ ਗੱਲ ਨਹੀਂ ਨਾ ਬਣਨੀ। ਅੱਗੋਂ ਸੁਣਾਵੇ ਨਾ ਕੋਈ ਵੀ ਅਸੀਂ ਤਾਂ ਉਹਦੀ ਗੱਲ ਦਾ ਜਵਾਬ ਵੀ ਦੇ ਰਹੇ ਹਾਂ
ਤੇ ਫਿਰ ਇਹ ਗੱਲ ਬੇਈਮਾਨੀ ਵਾਲੀ ਹੋਈ ਨਾ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਹਦੇ 'ਚ ਕੋਈ ਸ਼ੱਕ ਨਹੀਂ, ਪਹਿਲਾਂ ਉਹ ਸਾਰੀ ਵੰਸ਼ ਦਾ ਜ਼ਿਕਰ ਕੀਤਾ ਹੈ ਜਿਹੜੀ ਲੋਕਾਂ ਦੀ ਮਨੌਤ ਸੀ ਕਿ ਕਿਵੇਂ ਲਵ ਕੁਸ਼ ਦੀ ਅੱਗੋਂ ਜਿਹੜੀ ਬੰਸਵਦੀ ਵੇਦ ਪੜਨ ਵਾਲੇ ਬੇਦੀ ਹੋਏ ਤੇ ਬੇਦੀਆਂ ਦੀ ਕੁੱਲ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਕਾਸ਼ ਧਾਰਿਆ ਹੈ। ਔਰ ਇਤਿਹਾਸਕ ਪੰਨਿਆਂ ਦੀ ਮੰਨੀਏ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਆਪ ਜੀ ਦਾ ਜਿਹੜੀ ਫੈਮਿਲੀ 'ਚ ਪ੍ਰਕਾਸ਼ ਹੋਇਆ ਉਹ ਬੇਦੀ ਸਨ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ। ਪਰ ਹੁਣ ਇਹ ਗੱਲ ਕਹਿ ਦਿੱਤੀ, ਹੁਣ ਇੱਥੋਂ ਅੱਗੇ ਗੁਰੂ ਗੋਬਿੰਦ ਸਿੰਘ ਨੇ ਸਾਬਤ ਕੀਤਾ ਹੈ ਕਿ ਭਾਵੇਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਬੇਦੀਆਂ ਦੇ ਘਰ ਹੋਇਆ ਹੈ ਪਰ ਸਾਡਾ ਬੇਦੀਆਂ ਨਾਲ ਕੋਈ ਸੰਬੰਧ ਨਹੀਂ ਰਿਹਾ, ਸਾਡਾ ਹਿੰਦੂਆਂ ਨਾਲ ਕੋਈ ਸੰਬੰਧ ਨਹੀਂ ਰਿਹਾ। ਗੁਰੂ ਗੋਬਿੰਦ ਸਿੰਘ ਜੀ ਨੇ ਦੁਨੀਆ ਨੂੰ ਦੱਸਣ ਲਈ ਕਿਹਾ ਹੈ ਕਿ ਤੁਸੀਂ ਸਾਨੂੰ ਹਿੰਦੂਆਂ ਦਾ ਹੀ ਗੁਰੂ ਨਾ ਸਮਝਿਓ। ਗੁਰੂ ਨਾਨਕ ਸਾਹਿਬ ਨੂੰ ਕੇਵਲ ਹਿੰਦੂਆਂ ਦਾ ਗੁਰੂ ਨਹੀਂ ਸਮਝਣਾ, ਉਹ ਜਗਤ ਗੁਰ ਬਾਬਾ ਹੈ, ਪੂਰੇ ਜਗਤ ਦਾ ਗੁਰੂ ਹੈ ਤੇ ਸਾਡਾ ਹਿੰਦੂਆਂ ਨਾਲ ਕੋਈ ਸੰਬੰਧ ਨਹੀਂ। ਹਾਂ, ਮਨੁੱਖਤਾ ਨੂੰ ਅਸੀਂ ਇੱਕ ਨਜ਼ਰ ਨਾਲ ਜ਼ਰੂਰ ਦੇਖਦੇ ਹਾਂ, ਪੂਰੀ ਸ੍ਰਿਸ਼ਟੀ ਨੂੰ ਅਸੀਂ ਇੱਕ ਨਜ਼ਰ ਨਾਲ ਜ਼ਰੂਰ ਦੇਖਦੇ ਹਾਂ। ਨਾ ਹਮ ਹਿੰਦੂ ਨਾ ਮੁਸਲਮਾਨ, ਕੀ ਹਿੰਦੂ ਤੇ ਕੀ ਮੁਸਲਮਾਨ, ਸਾਡੇ ਲਈ ਤਾਂ ਸਾਰੇ ਕੁਦਰਤ ਦੇ ਬੰਦੇ ਨੇ। ਪਰ ਜੇ ਪਾਰਟੀਕੂਲਰਲੀ ਤੁਸੀਂ ਕਹਿੰਦੇ ਹੋ ਵੀ ਅਸੀਂ ਹਿੰਦੂਆਂ ਦਾ ਹਿੱਸਾ ਹੈ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਇਹ ਗੱਲ ਸੱਚਾਈ ਨਹੀਂ ਹੈ। ਹੁਣ ਇੱਕ ਜਿਹੜਾ ਸ਼ਬਦ ਪੜ੍ਹ ਕੇ ਸੁਣਾਇਆ ਜਾਂਦਾ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਦੋਹਰਾ ਉਚਾਰਨ ਕੀਤਾ ਹੈ ਕਿ ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦਏ ਜੈ ਤੈ ਭਏ ਸਹਾਏ। ਹੁਣ ਇਹਦਾ ਤਾਂ ਅਰਥ ਬਣ ਗਿਆ ਵੀ ਬੇਦੀਆਂ ਦੇ ਕੁੱਲ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ। ਪਰ ਇੱਥੋਂ ਇਹ ਸਾਬਤ ਨਹੀਂ ਹੁੰਦਾ ਵੀ ਗੁਰੂ ਨਾਨਕ ਸਾਹਿਬ ਜੀ ਹੁਣ ਬੇਦੀ ਹੋ ਗਏ, ਕਿਉਂਕਿ ਇਸ ਤੋਂ ਅਗਲਾ ਬਚਨ ਵੀ ਪੜ੍ਹਨਾ ਪਵੇਗਾ। ਫਿਰ ਇਸੇ ਬਚਨਾਂ ਤੋਂ ਬਾਅਦ ਮਹਾਰਾਜ ਨੇ ਚੌਪੀ ਉਚਾਰਨ ਕੀਤੀ ਜਿੱਥੇ ਉਹ ਸਤਿਗੁਰੂ ਆਪਣਾ ਭਾਵ ਸਪਸ਼ਟ ਕਰਦੇ ਨੇ। ਤੇ ਬੇਨਤੀ ਕਰਾਂ, ਹੁਣ ਜਿਹੜੀ ਮੈਂ ਚੌਪੀ ਦਾ ਜ਼ਿਕਰ ਕਰਨ ਲੱਗਾ ਹੈ ਨਾ, ਉਸੇ ਚੌਪਈ ਦੇ ਵਿੱਚ ਇੱਕ ਬਚਨ ਆਉਂਦਾ ਹੈ, ਤਿਲਕ ਜਨਯੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕੱਲੂ ਮਹਿਸਾਕਾ। ਜਾਂ ਬਚਨ ਆਉਂਦਾ ਧਰਮ ਹੇਤ ਸਾਕਾ ਜਿਨ ਕੀਆ। ਇਹ ਬਚਨ ਮੇਰੇ ਖਿਆਲ ਹਰ ਪ੍ਰਚਾਰਕ ਸੁਣਾਉਂਦਾ ਹੈ। ਚਲੋ ਕੋਈ ਕਾਮਰੇਡੀ ਰਸਤੇ ਵੱਲ ਚਲਾ ਗਿਆ, ਉਹਨਾਂ ਦਾ ਤਾਂ ਮੈਨੂੰ ਪਤਾ ਨਹੀਂ, ਭਾਵੇਂ ਕੋਈ ਮਿਸ਼ਨਰੀ ਕਾਲਜ ਦਾ ਹੋਵੇ, ਭਾਵੇਂ ਕੋਈ ਸੰਪਰਦਾਵਾਂ ਦੇ ਨਾਲ ਸੰਬੰਧ ਰੱਖਦਾ ਹੋਵੇ। ਹਰ ਬੰਦਾ ਜਦੋਂ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਦਾ ਜ਼ਿਕਰ ਕਰਦਾ ਹੈ, ਹਰ ਪ੍ਰਚਾਰਕ ਇਹਨਾਂ ਪੰਕਤੀਆਂ ਦਾ ਜ਼ਿਕਰ ਜ਼ਰੂਰ ਕਰਦਾ, ਤਿਲਕ ਜਨਯੂ ਰਾਖਾ ਪ੍ਰਭ ਤਾਕਾ। ਇਹ ਪੰਕਤੀਆਂ ਜਿਹੜੀ ਚੌਪੀ ਦੇ ਵਿੱਚ ਹਨ, ਉਸੇ ਚੌਪੀ ਦਾ ਪਹਿਲਾ ਪਦ ਕੀ ਆ ਜੀ? ਤਿਲਕ ਜਨਯੂ ਰਾਖਾ ਪ੍ਰਭ ਤਾਕਾ। ਇਹ ਉਸ ਚੌਪੀ ਦਾ 13ਵਾਂ ਪਦ ਹੈ। ਪਹਿਲਾ ਪਦ ਕੀ ਆ? ਕਿਉਂਕਿ ਇਸ ਚੌਪੀ ਦੇ ਵਿੱਚ ਸਤਿਗੁਰਾਂ ਨੇ 9 ਪਾਤਸ਼ਾਹੀਆਂ ਦਾ ਜ਼ਿਕਰ ਕੀਤਾ ਹੈ ਤੇ ਸਪਸ਼ਟ ਕੀਤਾ ਹੈ ਕਿ ਸਾਡਾ ਹੁਣ ਬੇਦੀਆਂ ਨਾਲ ਕੋਈ ਸੰਬੰਧ ਨਹੀਂ। ਇਸ ਚੌਪੀ ਦਾ ਪਹਿਲਾ ਬਚਨ, ਔਰ ਇਹ ਚੌਪੀ ਉਸ ਦੋਹਰੇ ਤੋਂ ਬਾਅਦ ਆਉਂਦੀ ਹੈ ਕਿ ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ। ਗੁਰੂ ਗੋਬਿੰਦ ਸਿੰਘ ਜੀ ਬਚਨ ਕਰਦੇ ਨੇ, ਤਿੰਨ ਇਹ ਕਲ ਮਹਿ ਧਰਮ ਚਲਾਇਓ, ਸਭ ਸਾਧਨ ਕੋ ਰਾਹ ਬਤਾਇਓ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਭਾਵੇਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਬੇਦੀਆਂ ਦੇ ਘਰ ਹੋਇਆ, ਪਰ ਦੁਨੀਆ ਵਾਲਿਓ ਸਮਝ ਲਿਓ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਇੱਕ ਨਵਾਂ ਧਰਮ ਚਲਾ ਲਿਆ ਹੈ। ਕਿਉਂਕਿ ਜਿਹੜੇ ਧਰਮ ਦੇ ਵਿੱਚ ਆਪ ਜੀ ਦਾ ਪ੍ਰਕਾਸ਼ ਹੋਇਆ ਸੀ, ਗੁਰੂ ਨਾਨਕ ਸਾਹਿਬ ਉਸ ਧਰਮ ਨਾਲ ਸਹਿਮਤ ਹੀ ਨਹੀਂ ਸਨ, ਉਸ ਧਰਮ ਦਾ ਹਿੱਸਾ ਹੀ ਨਹੀਂ ਸੀ ਰਹਿਣਾ ਚਾਹੁੰਦੇ। ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਮਨੁੱਖਤਾ ਨੂੰ ਸੇਧ ਦੇਣ ਵਾਸਤੇ, ਮਨੁੱਖਤਾ ਨੂੰ ਸਹੀ ਰਾਹ ਪਾਉਣ ਵਾਸਤੇ ਇੱਕ ਨਵਾਂ ਧਰਮ ਚਲਾ ਲਿਆ ਹੈ। ਤਿੰਨ ਇਹ ਕਲਮ ਹੈ ਧਰਮ ਚਲਾਇਓ। ਇੱਥੇ ਇਹ ਨਹੀਂ ਕਿਹਾ ਵੀ ਚੱਲ ਰਹੇ ਧਰਮ ਨੂੰ ਹੁਣ ਅੱਗੇ ਵਧਾਉਣ ਲੱਗ ਗਏ। ਜੇ ਤਾਂ ਇੰਜ ਕਿਹਾ ਹੁੰਦਾ ਫਿਰ ਤਾਂ ਕਹਿੰਦੇ ਵੀ ਅਸੀਂ ਹਿੰਦੂਆਂ ਦਾ ਅੰਗ ਹਾਂ, ਪਰ ਇੱਥੇ ਕਿਹਾ ਵੀ ਗੁਰੂ ਨਾਨਕ ਸਾਹਿਬ ਨੇ ਉਹਨਾਂ ਨਾਲ ਅਸਹਿਮਤੀ ਜਤਾ ਕੇ ਇੱਕ ਨਵਾਂ ਧਰਮ ਚਲਾ ਲਿਆ ਹੈ। ਤਿੰਨ ਇਹ ਕਲਮੇ ਧਰਮ ਚਲਾਇਓ, सब साधन को राह बतायो, जो ताके मार्ग में आए ते कबहू नहीं पाप संताए। जेड़ा नवा राह गुरु नानक साहब ने दिता है, जेड़ा भी इस रस्ते ते चलेगा वो पखंड तो बचेगा, कर्मकांडां तो बचेगा, वकारां तो बचेगा ते अपनी मंजिल ते जरूर पहुंचेगा। हुण इन्हां बचनां तो तां स्पष्ट हुंदा पिया भी गुरु गोबिंद सिंह कहंदे इहदे च कोई शक नहीं कि गुरु नानक साहब दे माता पिता बेदी कुल नाल संबंधित सन, पर गुरु नानक साहब का संबंध बेदियां नाल नहीं रहा, क्योंकि उन्होंने एक नवी विचारधारा नूं जन्म दे दिता। हुण फिर एक गल तो होर स्पष्ट हो जाएगा, जदों गुरु अंगद साहब की गल आई ना, जिथे गुरु गोबिंद सिंह जी ने यह गल कही है कि हुण गुरु नानक साहब जी ने अपनी जोत गुरु अंगद साहब च टिका लई, उत्थे गुरु गोबिंद सिंह जी ने बचन किया है, नानक अंगद को बप धरा, धर्म प्रचार इह जग में करा। हुण इत्थे जदों ये गल कही भी गुरु नानक साहब ने गुरु अंगद का रूप ले लिया, उत्थे बचन धर्म प्रचार किया है। धर्म प्रचार का मतलब की हुंदा भी हुण धर्म नूं स्प्रैड करना। ऑलरेडी जिहड़ा धर्म एग्जिस्ट कर रहा, जिहड़े धर्म की पहला ही होंद है, उहदा हुण प्रचार कर रहा। इहदा अर्थ मतलब हो गया धर्म प्रचार।
ਗੁਰੂ ਅੰਗਦ ਸਾਹਿਬ ਦੀ ਗੱਲ ਆਈ ਤੇ ਸ਼ਬਦ ਧਰਮ ਪ੍ਰਚਾਰ ਵਰਤਿਆ। ਗੁਰੂ ਨਾਨਕ ਸਾਹਿਬ ਦੀ ਗੱਲ ਆਈ ਤੇ ਉੱਥੇ ਧਰਮ ਪ੍ਰਚਾਰ ਸ਼ਬਦ ਨਹੀਂ ਵਰਤਿਆ, ਉੱਥੇ ਧਰਮ ਚਲਾਇਓ, ਨਵਾਂ ਧਰਮ ਚਲਾਇਆ, ਇਹ ਗੱਲ ਕਹੀ ਆ। ਇਹਦਾ ਮਤਲਬ ਜੇ ਉੱਥੇ ਵੀ ਧਰਮ ਪ੍ਰਚਾਰ ਸ਼ਬਦ ਵਰਤ ਦਿੰਦੇ ਫਿਰ ਮੰਨ ਸਕਦੇ ਸੀ ਵੀ ਹਿੰਦੂਆਂ ਦੇ ਧਰਮ ਨੂੰ ਪ੍ਰਚਾਰ ਰਹੇ ਨੇ, ਉਹਨਾਂ ਦਾ ਹੀ ਹਿੱਸਾ ਨੇ, ਪਰ ਉੱਥੇ ਕਿਹਾ ਵੀ ਇੱਕ ਨਵਾਂ ਧਰਮ ਚਲਾਇਆ ਹੈ। ਪਰ ਗੁਰੂ ਅੰਗਦ ਸਾਹਿਬ ਦੀ ਗੱਲ ਆਈ ਤੇ ਕਹਿੰਦੇ ਨੇ ਵੀ ਜਿਹੜਾ ਨਵਾਂ ਧਰਮ ਗੁਰੂ ਨਾਨਕ ਸਾਹਿਬ ਨੇ ਚਲਾਇਆ ਸੀ, ਹੁਣ ਗੁਰੂ ਅੰਗਦ ਸਾਹਿਬ ਉਸੇ ਧਰਮ ਦਾ ਵਿਸਥਾਰ ਕਰ ਰਹੇ ਨੇ। ਤੋ ਇਹਨਾਂ ਬਚਨਾਂ ਤੋਂ ਤਾਂ ਇਹ ਸਾਬਤ ਹੁੰਦਾ ਹੈ ਵੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸਾਡਾ ਤਾਂ ਹਿੰਦੂਆਂ ਨਾਲ ਸੰਬੰਧ ਹੀ ਨਹੀਂ। ਸਤਿਗੁਰੂ ਜੀ ਕਹਿੰਦੇ ਠੀਕ ਹੈ ਸਾਡੇ ਗੁਰੂ ਨਾਨਕ ਸਾਹਿਬ ਬੇਦੀਆਂ ਦੀ ਕੁੱਲ ਵਿੱਚ ਪ੍ਰਗਟ ਹੋਏ, ਪਰ ਉਹਨਾਂ ਦਾ ਨਵਾਂ ਧਰਮ ਚਲਾਉਣਾ ਇਹ ਸਾਬਤ ਕਰਦਾ ਹੈ ਕਿ ਅਸੀਂ ਹਿੰਦੂ ਵਿਚਾਰਧਾਰਾ ਨਾਲ ਸਹਿਮਤ ਨਹੀਂ, ਸਾਡਾ ਉਹਨਾਂ ਨਾਲ ਕੋਈ ਸੰਬੰਧ ਨਹੀਂ, ਸਾਡਾ ਬੇਦੀਆਂ ਨਾਲ ਕੋਈ ਸੰਬੰਧ ਨਹੀਂ। ਤੇ ਸਿੱਖੋ, ਜੇ ਤੁਹਾਡਾ ਸੰਬੰਧ ਹੈ ਤੇ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੁੰਦਾ ਹੈ, ਉਸ ਤੋਂ ਪਿਛੋਕੜ ਕੀ ਹੈ ਤੁਹਾਡਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੋਣਾ ਚਾਹੀਦਾ। ਇਹ ਗੁਰੂ ਗੋਬਿੰਦ ਸਿੰਘ ਜੀ ਬਚਨ ਕਰਦੇ ਨੇ। ਸਾਡਾ ਸਭ ਕੁਝ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੁੰਦਾ ਹੈ, ਉਸ ਤੋਂ ਪਿੱਛੋਂ ਕੀ ਸੀ ਉਹਦੇ ਨਾਲ ਸਾਡਾ ਕੋਈ ਸੰਬੰਧ ਨਹੀਂ। ਇਹ ਸਾਬਤ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬਚਨਾਂ ਤੋਂ ਕੀਤਾ ਹੈ ਤੇ ਪੂਰੀ ਸੰਗਤ ਇਸ ਗੱਲ ਤੋਂ ਸੁਚੇਤ ਹੋ ਜਾਵੇ। ਅਸੀਂ ਆਪ ਖੋਜ ਕਰਿਆ ਕਰੀਏ, ਇਹਨਾਂ ਬੇਈਮਾਨ ਪ੍ਰਚਾਰਕਾਂ ਦੀਆਂ ਗੱਲਾਂ 'ਚ ਨਾ ਆਈਏ। ਸਾਧ ਸੰਗਤ ਜਿਹੜੇ ਇੱਕ ਅੱਧੀ ਪੰਕਤੀ ਲੈ ਵੇਦ ਪੜ੍ਹੇ ਸੋ ਬੇਦੀਓ ਇੱਕ ਅੱਧੀ ਪੰਕਤੀ ਸੁਣਾ ਕੇ ਸਾਬਤ ਕਰਨ ਤੇ ਲੱਗੇ, ਪੂਰਾ ਸ਼ਬਦ ਤਾਂ ਸੁਣਾ, ਉਹਦੇ ਤੇ ਐਂਡ ਤੇ ਰਿਜ਼ਲਟ ਕੀ ਕੱਢਿਆ। ਜਿੰਨੀ ਦੇਰ ਤੱਕ ਉਹਨਾਂ ਬਚਨਾਂ ਦਾ ਕਨਕਲੂਜਨ ਨਹੀਂ ਤੁਸੀਂ ਸੰਗਤਾਂ ਸਾਹਮਣੇ ਰੱਖਦੇ, ਉਸ ਬਚਨ ਦਾ ਭਾਵ ਕਿਵੇਂ ਸਾਹਮਣੇ ਆਏਗਾ। ਜਿਹੜੀ ਗੱਲ ਨੂੰ ਕੱਟਣ ਲਈ ਗੁਰੂ ਸਾਹਿਬ ਨੇ ਬਚਨ ਉਚਾਰਿਆ, ਤੁਸੀਂ ਉਸੇ ਗੱਲ ਨੂੰ ਪ੍ਰਚਾਰਨ ਲੱਗ ਗਏ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਮੋਢੇ ਤੇ ਰੱਖ ਕੇ ਚਲਾਉਂਦੇ ਹੋ। ਇਹ ਬੇਈਮਾਨ ਪ੍ਰਚਾਰਕ ਨੇ ਇਕਬਾਲ ਸਿਆਂ, ਬੇਈਮਾਨ ਹੋ ਗਿਆ ਤੇਰਾ ਮਨ, ਤੂੰ ਕਿਸੇ ਚੌਧਰੀਆਂ ਦੀ ਚਾਪਲੂਸੀ ਥੱਲੇ ਆ ਗਿਆ। ਇਸ ਕਰਕੇ ਸਾਰੀ ਸੰਗਤ ਸੁਚੇਤ ਹੋਵੇ। ਸਾਧ ਸੰਗਤ, ਫਿਰ ਮੈਂ ਉਹਨਾਂ ਹਿੰਦੂ ਵੀਰਾਂ ਨੂੰ ਵੀ ਜਵਾਬ ਦੇਣਾ ਚਾਹਾਂਗਾ ਜਿਹੜੇ ਸਮੇਂ-ਸਮੇਂ ਤੇ ਇਹ ਕਹਿੰਦੇ ਨੇ ਵੀ ਸਿੱਖ ਜਰਨੈਲਾਂ ਨੂੰ ਹਿੰਦੂ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਨੇ। ਬੰਦਾ ਸਿੰਘ ਬਹਾਦਰ ਦੀ ਗੱਲ ਆਉਂਦੀ ਏ ਤੇ ਅਕਸਰ ਕਹਿੰਦੇ ਨੇ ਵੀ ਇੱਕ ਹਿੰਦੂ ਨੇ ਸਿੱਖ ਰਾਜ ਕਾਇਮ ਕੀਤਾ, ਤੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਜਿੰਨੀ ਦੇਰ ਤੱਕ ਉਹ ਹਿੰਦੂ ਸੀ ਉਨੀ ਦੇਰ ਤੱਕ ਤਾਂ ਉਹ ਡੇਰੇ 'ਚ ਬੈਠਾ ਰਿਹਾ, ਕੁਝ ਕਰ ਹੀ ਨਹੀਂ ਸਕਿਆ। ਕੀ ਵੱਡਾ ਕੰਮ ਕੀਤਾ ਉਹਨਾਂ ਨੇ। ਪਰ ਜਦੋਂ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੋ ਗਿਆ, ਗੁਰੂ ਗੋਬਿੰਦ ਸਿੰਘ ਜੀ ਦਾ ਬੰਦਾ ਬਣ ਗਿਆ, ਉਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਖਸ਼ਿਸ਼ ਕਰਕੇ ਇਹ ਤਾਕਤ ਦਿੱਤੀ ਕਿ ਜਿਹੜਾ ਬੰਦਾ ਕੁਝ ਕਰਨ ਦੇ ਕਾਬਲ ਨਹੀਂ ਸੀ, ਮਾਧੋ ਦਾਸ ਜਿਹੜਾ ਕੁਝ ਕਰਨ ਦੇ ਕਾਬਲ ਨਹੀਂ ਸੀ, ਗੁਰੂ ਦਾ ਬੰਦਾ ਬਣਨ ਦੀ ਦੇਰ ਸੀ, ਉਹਨੇ ਸਿੱਖ ਰਾਜ ਵੀ ਕਾਇਮ ਕਰ ਦਿੱਤਾ। ਜੇ ਇੰਨੀ ਤਾਕਤ ਹੁੰਦੀ ਫਿਰ ਹਿੰਦੂ ਬਣ ਕੀ ਕਰ ਦਿੰਦਾ। ਗੁਰੂ ਦਾ ਸਿੱਖ ਬਣਨ ਤੋਂ ਬਾਅਦ ਕੀਤਾ ਹੈ। ਇਸ ਕਰਕੇ ਜੇ ਗੌਰਵਮਈ ਇਤਿਹਾਸ ਜੁੜਿਆ ਹੈ ਉਹ ਸਿੱਖ ਹੋਣ ਤੋਂ ਬਾਅਦ ਜੁੜਿਆ ਹੈ, ਉਸ ਤੋਂ ਪਹਿਲਾਂ ਤਾਂ ਕਾਇਰਤਾ ਵਾਲਾ ਹੀ ਇਤਿਹਾਸ ਸੀ ਉਹਨਾਂ ਦਾ। ਸੋ ਇਸ ਕਰਕੇ ਜਿਹੜਾ ਸਿੱਖ ਹੈ ਉਹਦਾ ਹਿੰਦੂਆਂ ਨਾਲ ਕੋਈ ਸੰਬੰਧ ਨਹੀਂ ਹੈ। ਫਿਰ ਅਗਲੀ ਬੇਨਤੀ ਕਰਾਂ, ਜਿਹੜੀ ਗੱਲ ਆਉਂਦੀ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਬਿਆਨ ਦੀ ਕਿ ਕੀ ਸੱਚੀ ਗੁਰੂ ਗੋਬਿੰਦ ਸਿੰਘ ਜੀ ਨੇ ਗੋਬਿੰਦ ਰਾਮਾਇਣ ਲਿਖੀ ਆ, ਤਾਂ ਮੈਂ ਬੇਨਤੀ ਕਰਾਂ ਗੋਬਿੰਦ ਰਾਮਾਇਣ ਨਾਮ ਦਾ ਕੋਈ ਵੀ ਗ੍ਰੰਥ ਸਿੱਖ ਪੰਥ ਦੇ ਵਿੱਚ ਨਹੀਂ ਮਿਲਦਾ। ਤਾਂ ਮੈਂ ਪ੍ਰਧਾਨ ਮੰਤਰੀ ਜੀ ਨੂੰ ਵੀ ਬੇਨਤੀ ਕਰਾਂਗਾ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਬੜੇ ਵੱਡੇ ਅਹੁਦੇ ਤੇ ਬੈਠੇ ਹੋ, ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਪੂਰੀ ਖੋਜ ਕਰ ਲਿਆ ਕਰੋ। ਬਿਨਾਂ ਖੋਜ ਕੀਤੇ ਏਡੀ ਵੱਡੀ ਸਟੇਜ ਤੋਂ ਬਿਆਨ ਦੇ ਦੇਣਾ, ਉਹ ਵੀ ਗੈਰ ਜ਼ਿੰਮੇਵਾਰੀ ਵਾਲਾ, ਤੁਹਾਡੇ ਅਹੁਦੇ ਤੇ ਬੈਠਿਆਂ ਨੂੰ ਇਹ ਸ਼ੋਭਾ ਨਹੀਂ ਦਿੰਦਾ। ਖੋਜ ਕਰਕੇ ਬੋਲਿਆ ਕਰੋ। ਤੇ ਹੁਣ ਇੱਕ ਹੋਰ ਸਵਾਲ ਹੈ, ਹੁਣ ਜਿਵੇਂ ਭਾਈ ਰਣਜੀਤ ਸਿੰਘ ਨੇ ਵੀ ਇਹ ਕਿਹਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਰਾਮਾ ਅਵਤਾਰ ਨਹੀਂ ਲਿਖਿਆ, ਕ੍ਰਿਸ਼ਨਾ ਅਵਤਾਰ ਨਹੀਂ ਲਿਖਿਆ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਸਾਧ ਸੰਗਤ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬਚਨਾਂ 'ਚ ਰਾਮਾ ਅਵਤਾਰ ਵੀ ਲਿਖਿਆ, ਕ੍ਰਿਸ਼ਨਾ ਅਵਤਾਰ ਵੀ ਲਿਖਿਆ, ਕੋਈ ਸ਼ੱਕ ਨਹੀਂ। ਪਰ ਸਾਨੂੰ ਇਹ ਤਾਂ ਸਮਝਣਾ ਪਵੇਗਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਕਿਉਂ ਹੈ ਤੇ ਲਿਖ ਕੇ ਆਪਣੀ ਭਾਵਨਾ ਕੀ ਦਿਖਾਈ ਆ, ਇਹ ਵੀ ਸਮਝਣਾ ਪਵੇਗਾ। ਤਾਂ ਮੈਂ ਬੇਨਤੀ ਕਰ ਦੇਵਾਂ ਉਸ ਵਕਤ ਜਿਹੜੇ ਹਾਲਾਤ ਸੀ ਨਾ, ਹੁਣ ਤੁਸੀਂ ਦੇਖੋ ਕਿਉਂ ਲਿਖਿਆ ਗਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਪਾਠ ਪੜ੍ਹਦੇ ਆ ਸਾਧ ਸੰਗਤ, ਬਚਨ ਆਉਂਦੇ ਆ ਨਾ ਰਾਮ ਗਇਓ ਰਾਵਣ ਗਇਓ, ਇਹਨਾਂ ਹਿੰਦੂ ਅਵਤਾਰਾਂ ਦਾ ਜ਼ਿਕਰ ਆਉਂਦਾ ਹੈ, ਭਾਵੇਂ ਉੱਥੇ ਉਹਨਾਂ ਦਾ ਅਰਥ ਪਰਮਾਤਮਾ ਨਹੀਂ ਹੁੰਦਾ। ਹੁਣ ਰਾਮ ਗਇਓ ਰਾਵਣ ਗਇਓ ਤੋਂ ਮਹਾਰਾਜ ਇਹ ਸਿੱਧ ਕਰਨਾ ਚਾਹੁੰਦੇ ਨੇ ਜੇ ਸ਼੍ਰੀ ਰਾਮਚੰਦਰ ਵਰਗੇ ਦੁਨੀਆ ਤੋਂ ਕੂਚ ਕਰ ਗਏ, ਰਾਵਣ ਵਰਗੇ ਕੂਚ ਕਰ ਗਏ, ਬੰਦਿਆ ਕੂਚ ਤੂੰ ਵੀ ਕਰ ਜਾਣਾ ਹੈ। ਇਹੀ ਸਮਝਾਉਣਾ ਚਾਹੁੰਦੇ ਨੇ ਨਾ, ਇੱਥੇ ਤਾਂ ਮੌਤ ਚੇਤੇ ਕਰਾ ਰਹੇ ਨੇ। ਤੇ ਤੁਸੀਂ ਦੇਖ ਲਓ ਜੇ ਸੱਚੀ ਗੁਰੂ ਸਾਹਿਬਾਨਾਂ ਦੀ ਸ਼੍ਰੀ ਰਾਮਚੰਦਰ ਤੇ ਸ਼ਰਧਾ ਹੁੰਦੇ ਤੇ ਜਿਹੜੇ ਹਿੰਦੂ ਸ਼੍ਰੀ ਰਾਮਚੰਦਰ ਤੇ ਸ਼ਰਧਾ ਕਰਦੇ ਨੇ, ਸੋਚ ਕੇ ਦੇਖੋ ਕਿ ਉਹ ਰਾਮ ਤੇ ਰਾਵਣ ਨੂੰ ਇੱਕੋ ਥਾਂ ਤੇ ਰੱਖਣਗੇ? ਨਹੀਂ ਰੱਖਦੇ। ਪਰ ਗੁਰੂ ਸਾਹਿਬ ਨੇ ਜੇ ਸ਼ਬਦ ਰਾਮ ਗਇਓ ਵਰਤਿਆ, ਨਾਲ ਹੀ ਰਾਵਣ ਗਇਓ ਵਰਤਿਆ, ਰਾਮ ਤੇ ਰਾਵਣ ਨੂੰ ਇੱਕੋ ਥਾਂ ਤੇ ਰੱਖਿਆ। ਇਹਦਾ ਮਤਲਬ ਕਿ ਅਸੀਂ ਪ੍ਰਮਾਤਮਾ ਕਰਕੇ ਪੂਜਦੇ ਹੀ ਨਹੀਂ ਉਹਨਾਂ ਨੂੰ। ਠੀਕ ਹੈ, ਕਿਸੇ ਧਰਮ ਦੀ ਉਹ ਸਤਿਕਾਰਤ ਹਸਤੀ ਹੋ ਸਕਦੇ ਨੇ। ਮੈਂ ਇੱਥੇ ਬੇਨਤੀ ਕਰ ਦੇਵਾਂ, ਮੈਂ ਕਿਸੇ ਧਰਮ ਤੇ ਟਿੱਪਣੀ ਨਹੀਂ ਕਰ ਰਿਹਾ,
ਨਾ ਉਹਨਾਂ ਦੀ ਮੈਂ ਬੇਅਦਬੀ ਕਰ ਰਿਹਾ। ਉਹਨਾਂ ਦੇ ਧਰਮ ਦੇ ਵਿੱਚ ਸਾਡਾ ਕੋਈ ਦਖਲ ਨਹੀਂ। ਮੈਂ ਤਾਂ ਸਿਰਫ ਉਹਨਾਂ ਗੱਲਾਂ ਦਾ ਜਵਾਬ ਦੇ ਰਿਹਾ ਕਿ ਜੇ ਉਹ ਸਾਡੇ ਧਰਮ 'ਚ ਟੰਗ ਉਡਾਉਣਗੇ, ਉਹਨਾਂ ਨੂੰ ਆਪਣੀ ਵਿਚਾਰਧਾਰਾ ਮੰਨਣ ਦੀ ਪੂਰੀ ਸੁਤੰਤਰਤਾ ਹੈ, ਉਹ ਸ਼ਰਧਾ ਕਰ ਸਕਦੇ ਨੇ ਤੇ ਸਾਨੂੰ ਉਹਨਾਂ ਦੇ ਨਾਲ ਕੋਈ ਜਿਹੜਾ ਅਫਸੋਸ ਨਹੀਂ ਹੈ। ਪਰ ਜੇ ਉਹ ਸਾਡੇ ਧਰਮ ਵਿੱਚ ਟੰਗ ਅੜਾਉਣਗੇ ਤੇ ਸਿੱਖ ਕੌਮ ਦਾ ਹਿੱਸਾ ਹੋਣ ਦੇ ਨਾਤੇ ਤੇ ਅਸੀਂ ਸਿਰਫ ਉਹਨਾਂ ਦਾ ਜਵਾਬ ਦੇ ਰਹੇ ਹਾਂ, ਨਾ ਕਿ ਉਹਨਾਂ ਦੇ ਧਰਮ ਤੇ ਟਿੱਪਣੀ ਕਰ ਰਹੇ ਹਾਂ। ਮੈਂ ਬੇਨਤੀ ਕਰ ਰਿਹਾ, ਹੁਣ ਦੇਖੋ ਰਾਮ ਤੇ ਰਾਵਣ ਨੂੰ ਇੱਕੋ ਥਾਂ ਤੇ ਵਰਤਿਆ ਵੀ ਜੇ ਰਾਮ ਗਿਆ ਹੈ ਰਾਵਣ ਵੀ ਗਿਆ ਹੈ, ਰਾਮ ਗਇਓ ਰਾਵਣ ਗਇਓ, ਇੱਕੋ ਥਾਂ ਤੇ ਰੱਖਿਆ। ਇਹਦਾ ਮਤਲਬ ਗੁਰੂ ਸਾਹਿਬਾਨਾਂ ਦੀ ਸ਼ਰਧਾ ਨਹੀਂ ਹੈ। ਤੇ ਮੈਂ ਬੇਨਤੀ ਕਰਾਂ, ਮੰਨ ਲਓ ਹੁਣ ਕਿਉਂ ਗੁਰੂ ਗੋਬਿੰਦ ਸਿੰਘ ਜੀ ਨੇ ਰਾਮਾ ਅਵਤਾਰ ਕ੍ਰਿਸ਼ਨ ਅਵਤਾਰ ਲਿਖਿਆ। ਮੰਨ ਲਓ ਕੋਈ ਬੰਦਾ ਇਹੋ ਜਿਹੇ ਦੇਸ਼ ਵਿੱਚ ਰਹਿੰਦਾ ਹੈ, ਕਿਉਂਕਿ ਸਿੱਖ ਇਕੱਲੇ ਹਿੰਦੁਸਤਾਨ ਵਿੱਚ ਤਾਂ ਨਹੀਂ ਹਨ ਨਾ, ਕੋਈ ਗੋਰੇ ਵੀ ਸਿੱਖ ਬਣ ਰਹੇ ਨੇ। ਹੁਣ ਉਹਨਾਂ ਨੂੰ ਬਹੁਤੇ ਗੋਰਿਆਂ ਨੂੰ ਤਾਂ ਪਤਾ ਹੀ ਨਹੀਂ ਇਹਨਾਂ ਦੇ ਹਿੰਦੂਆਂ ਦੇ ਇਤਿਹਾਸ ਦਾ। ਉਹ ਹੁਣ ਜਦੋਂ ਗੁਰਬਾਣੀ ਪੜ੍ਹਨਗੇ, ਹੁਣ ਸਿੱਖ ਬਣ ਕੇ ਗੁਰਬਾਣੀ ਤਾਂ ਪੜ੍ਹਨੀ ਉਹਨਾਂ ਨੇ, ਜਦੋਂ ਪੜ੍ਹਨਗੇ ਰਾਮ ਗਇਓ ਰਾਵਣ ਗਇਓ, ਹੁਣ ਉਹਨਾਂ ਨੂੰ ਕਿਵੇਂ ਪਤਾ ਲੱਗੇਗਾ ਵੀ ਇੱਥੇ ਰਾਮ ਨਾਮ ਕਿਉਂ ਲਿਆ ਗਿਆ, ਰਾਵਣ ਦਾ ਹੀ ਨਾਮ ਕਿਉਂ ਲਿਆ ਗਿਆ, ਇਹ ਜ਼ਿਕਰ ਕਿਉਂ ਹੋਇਆ, ਉਹਨਾਂ ਦੀ ਉਦਾਹਰਣ ਲੈ ਕੇ ਕਿਉਂ ਸਮਝਾਇਆ ਗਿਆ, ਕੌਣ ਸੀ ਰਾਮ ਕੌਣ ਸੀ ਰਾਵਣ, ਕਿਵੇਂ ਪਤਾ ਲੱਗੂਗਾ? ਤਾਂ ਪਤਾ ਲੱਗੂਗਾ ਜੇ ਰਾਮ ਤੇ ਰਾਵਣ ਦੇ ਪਿਛੋਕੜ ਬਾਰੇ ਪਤਾ ਹੋਵੇ। ਚਲੋ ਅਸੀਂ ਤਾਂ ਉਹੋ ਜਿਹੇ ਵਾਤਾਵਰਨ ਵਿੱਚ ਰਹਿੰਦੇ ਹਾਂ, ਸਾਨੂੰ ਪੂਰੀ ਜਾਣਕਾਰੀ ਉਹਨਾਂ ਦੀ, ਪਰ ਜਿਨ੍ਹਾਂ ਨੂੰ ਜਾਣਕਾਰੀ ਨਹੀਂ, ਕੋਈ ਇਹੋ ਜਿਹਾ ਵੀ ਸਮਾਂ ਆ ਸਕਦਾ ਹੈ ਕਿ ਜਦੋਂ ਇਹ ਇਤਿਹਾਸ ਉਹਨਾਂ ਲੋਕਾਂ ਤੱਕ ਪਹੁੰਚੇ ਹੀ ਨਾ ਜਿਹੜੇ ਸਿੱਖ ਬਣ ਗਏ ਨੇ, ਫਿਰ ਉਹਨਾਂ ਨੂੰ ਕਿਵੇਂ ਪਤਾ ਲੱਗੇਗਾ ਰਾਮ ਕੌਣ ਸੀ ਤੇ ਰਾਵਣ ਕੌਣ ਸੀ? ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਸ ਇਤਿਹਾਸ ਦਾ ਜ਼ਿਕਰ ਕਰਨਾ ਪਿਆ। ਫਿਰ ਅਗਲਾ ਸਵਾਲ ਇਹ ਆ ਕਿ ਮੁਸਲਮਾਨਾਂ ਦੇ ਇਤਿਹਾਸ ਦਾ ਜ਼ਿਕਰ ਕਿਉਂ ਨਹੀਂ ਕੀਤਾ? ਜੇ ਗੁਰੂ ਗੋਬਿੰਦ ਸਿੰਘ ਜੀ ਕੰਪੈਰੀਟਿਵ ਸਟੱਡੀ ਕਰਾਉਂਦੇ ਸੀ, ਆਪਾਂ ਜਾਣਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਨੇ 52 ਹੁਕਮਨਾਮਿਆਂ ਦੇ ਵਿੱਚ ਇੱਕ ਹੁਕਮ ਇਹ ਵੀ ਕੀਤਾ ਹੈ ਕਿ ਸਿੱਖ ਨੇ ਸਾਰੇ ਧਰਮਾਂ ਦੀ ਪੜਚੋਲ ਕਰਨੀ ਹੈ, ਪਰ ਭਰੋਸਾ ਗੁਰੂ ਗ੍ਰੰਥ ਸਾਹਿਬ ਤੇ ਰੱਖਣਾ ਹੈ। ਇਹਦਾ ਮਤਲਬ ਗੁਰੂ ਗੋਬਿੰਦ ਸਿੰਘ ਜੀ ਆਪ ਕੰਪੈਰੀਟਿਵ ਸਟੱਡੀ ਕਰਾਉਂਦੇ ਰਹੇ ਆ। ਫਿਰ ਸਵਾਲ ਇਹ ਆ ਵੀ ਜੇ ਹਿੰਦੂਆਂ ਦੇ ਇਤਿਹਾਸ ਬਾਰੇ ਲਿਖ ਦਿੱਤਾ, ਮੁਸਲਮਾਨਾਂ ਬਾਰੇ ਕਿਉਂ ਨਹੀਂ ਲਿਖਿਆ? ਤੇ ਇਤਿਹਾਸਕਾਰ ਚੰਗੇ ਲਿਖਾਰੀ ਇਸ ਗੱਲ ਤੋਂ ਜਾਣੂ ਹੋਣਗੇ ਕਿ ਉਸ ਵਕਤ ਨਾ ਜੀ ਬਾਕੀ ਧਰਮਾਂ ਦੇ ਗ੍ਰੰਥ ਪੜ੍ਹਨ ਤੇ ਕੋਈ ਪਾਬੰਦੀ ਨਹੀਂ ਸੀ, ਪਰ ਇਹਨਾਂ ਬ੍ਰਾਹਮਣਾਂ ਨੇ ਆਪਣੇ ਧਰਮ ਗ੍ਰੰਥਾਂ ਦਾ ਕਾਪੀਰਾਈਟ ਬਣਾ ਲਿਆ ਸੀ ਵੀ ਜੇ ਕੋਈ ਸਾਡੇ ਧਰਮ ਗ੍ਰੰਥ ਪੜ੍ਹ ਸਕਦਾ ਹੈ ਤੇ ਅਸੀਂ ਪੜ੍ਹ ਸਕਦੇ ਹਾਂ, ਸ਼ੂਦਰ ਨੂੰ ਪੜ੍ਹਨ ਦਾ ਹੱਕ ਨਹੀਂ। ਇੱਕ ਤਾਂ ਬੜੇ ਸ਼ੂਦਰ ਸਿੱਖ ਬਣੇ, ਉਹਨਾਂ ਨੂੰ ਹੱਕ ਨਹੀਂ ਦਿੱਤਾ ਉਹ ਗ੍ਰੰਥ ਪੜ੍ਹਨ ਦਾ, ਉਹਨਾਂ ਦੀ ਸਟੱਡੀ ਕਰਨ ਦਾ। ਦੂਸਰਾ, ਸਤਿਗੁਰੂ ਨੇ ਉਹਨਾਂ ਦੇ ਇਤਿਹਾਸ ਦੀ ਜਾਣਕਾਰੀ ਲੈਣ ਵਾਸਤੇ ਸਿੱਖਾਂ ਨੂੰ ਉਹਨਾਂ ਦੇ ਵਿਦਿਆਲਿਆਂ ਵਿੱਚ ਭੇਜਿਆ ਵੀ, ਪਰ ਉਹਨਾਂ ਲੋਕਾਂ ਨੇ ਇਹ ਸ਼ਰਤ ਰੱਖੀ, ਤੁਹਾਨੂੰ ਅਸੀਂ ਆਪਣੇ ਪਿਛੋਕੜ ਦੇ ਬਾਰੇ ਤਾਂ ਦੱਸਾਂਗੇ ਜੇ ਤੁਸੀਂ ਵੀ ਜਨੇਊ ਪਾਓਗੇ, ਤਿਲਕ ਲਾਓਗੇ, ਧੋਤੀ ਪਹਿਨੋਗੇ। ਤੇ ਸਿੱਖ ਕਿਵੇਂ ਕਰ ਸਕਦੇ ਸੀ? ਤੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ ਨੂੰ ਜਨੇਊ ਕਿਵੇਂ ਪਵਾ ਸਕਦੇ ਸੀ? ਤੇ ਉਹਨਾਂ ਨੇ ਫਿਰ ਜਨੇਊ ਨਹੀਂ ਪਾਉਣ ਦਿੱਤਾ, ਇਸ ਕਰਕੇ ਉਹ ਹੁਣ ਰੋਕ ਲਾਉਂਦੇ ਸੀ। ਪਰ ਹੁਣ ਮੁਸਲਮਾਨਾਂ ਦੇ ਗ੍ਰੰਥ ਇੱਕ ਹਿੰਦੂ ਵੀ ਪੜ੍ਹ ਲੈਂਦਾ ਸੀ। ਸਭ ਤੋਂ ਵੱਡੀ ਉਦਾਹਰਨ ਹੈ ਭਾਈ ਨੰਦ ਲਾਲ। ਜਦੋਂ ਉਹ ਗੁਰੂ ਸਾਹਿਬ ਦੀ ਸ਼ਰਣੀ ਨਹੀਂ ਸੀ ਆਏ, ਹਿੰਦੂ ਸਨ, ਉਸ ਵਕਤ ਉਹ ਕੁਰਾਨ ਦੇ ਬੜੇ ਵੱਡੇ ਵਿਦਵਾਨ ਸਨ, ਤੁਸੀਂ ਦੇਖ ਲਿਓ। ਤੇ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਦੇ ਉਸਤਾਦ ਵੀ ਸਨ। ਹਾਲਾਂਕਿ ਔਰੰਗਜ਼ੇਬ ਦਾ ਇਹ ਸੁਭਾਅ ਤਾਂ ਸੀ ਵੀ ਕੋਈ ਵੀ ਵਿਦਵਾਨ ਹੋਵੇ ਉਹਨੂੰ ਤਲਵਾਰ ਦੇ ਜ਼ੋਰ ਤੇ ਮੁਸਲਮਾਨ ਬਣਾਉਣਾ ਚਾਹੁੰਦਾ ਸੀ, ਪਰ ਉਹਨੇ ਆਪਣੇ ਗ੍ਰੰਥ ਪੜ੍ਹਨ ਤੇ ਰੋਕ ਨਹੀਂ ਲਾਈ। ਨੰਦ ਲਾਲ ਜੀ ਭਾਵੇਂ ਹਿੰਦੂ ਸਨ, ਪਰ ਫਿਰ ਵੀ ਬਹਾਦਰ ਸ਼ਾਹ ਦੇ ਉਸਤਾਦ ਸਨ, ਕੁਰਾਨ ਦੇ ਬੜੇ ਵੱਡੇ ਵਿਦਵਾਨ ਸਨ। ਇੱਥੋਂ ਇਹ ਸਾਬਤ ਹੁੰਦਾ ਹੈ ਕਿ ਇੱਕ ਹਿੰਦੂ ਵੀ ਕੁਰਾਨ ਪੜ੍ਹ ਰਿਹਾ ਸੀ, ਇੱਕ ਹਿੰਦੂ ਵੀ ਉਹਨਾਂ ਦੇ ਗ੍ਰੰਥਾਂ ਦੀ ਸਟੱਡੀ ਕਰ ਰਿਹਾ ਸੀ। ਤਾਂ ਦੂਜੇ ਧਰਮ ਦੀ ਉਹਨਾਂ ਦੇ ਗ੍ਰੰਥਾਂ ਦੀ ਸਟੱਡੀ ਹੋ ਜਾਂਦੀ ਸੀ, ਉਹ ਰੋਕ ਨਹੀਂ ਸੀ ਲਾਉਂਦੇ। ਪਰ ਜਦੋਂ ਹਿੰਦੂ ਗ੍ਰੰਥਾਂ ਦੀ ਗੱਲ ਆਉਂਦੀ ਸੀ, ਇਹ ਬ੍ਰਾਹਮਣ ਦੂਜਿਆਂ ਨੂੰ ਪੜ੍ਹਨੀ ਨਹੀਂ ਸੀ ਦਿੰਦੇ। ਤੇ ਜੇ ਸਿੱਖਾਂ ਨੂੰ ਪੜ੍ਹਨ ਦੀ ਇਜਾਜ਼ਤ ਮਿਲਦੀ ਸੀ ਤੇ ਇਸ ਸ਼ਰਤ ਤੇ ਮਿਲਦੇ ਸੀ ਵੀ ਤੁਹਾਨੂੰ ਵੀ ਹਿੰਦੂ ਹੋਣਾ ਪਵੇਗਾ। ਤੋ ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਦੇ ਇਤਿਹਾਸ ਦਾ ਜ਼ਿਕਰ ਕਰਨਾ ਪਿਆ, ਪਰ ਉਹਨਾਂ ਦੇ ਇਤਿਹਾਸ ਦਾ ਰਾਮਾ ਅਵਤਾਰ ਲਿਖਿਆ ਹੈ, ਕ੍ਰਿਸ਼ਨਾ ਅਵਤਾਰ ਲਿਖਿਆ ਹੈ। ਇੱਥੋਂ ਇਹ ਸਾਬਤ ਨਹੀਂ ਹੁੰਦਾ ਕਿ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਗ੍ਰੰਥਾਂ, ਉਹਨਾਂ ਦੇ ਇਤਿਹਾਸ ਤੇ ਸ਼ਰਧਾ ਰੱਖਣ ਲੱਗ ਗਏ। ਭਾਵੇਂ ਸਤਿਗੁਰੂ ਕਹਿੰਦੇ ਮੈਂ ਰਾਮ ਅਵਤਾਰ ਲਿਖ ਰਿਹਾ ਹਾਂ, ਉਹਨਾਂ ਦੇ ਇਤਿਹਾਸ ਦਾ ਜ਼ਿਕਰ ਕਰ ਰਿਹਾ, ਪਰ ਯਾਦ ਰੱਖਿਓ ਦਸਮ ਕਥਾ ਭਗਉਤ ਕੀ ਭਾਖਾ ਕਰੀ ਬਣਾਏ। ਮੈਂ ਤਾਂ ਸਿਰਫ ਉਹਨਾਂ ਦੇ ਗ੍ਰੰਥਾਂ ਦੇ ਉਲੱਥੇ ਕਰ ਰਿਹਾ, ਉਹਨਾਂ ਦੇ ਇਤਿਹਾਸ ਵਿੱਚ ਮੈਨੂੰ ਕੋਈ ਸ਼ਰਧਾ ਨਹੀਂ। ਮੈਂ ਕਿੱਥੋਂ ਤੱਕ ਸੀਮਤ ਹਾਂ? ਇੱਥੋਂ ਤੱਕ ਕਿ ਕਾਨ ਸੁਣੇ ਪਹਿਚਾਨ ਨਾ 300, ਮੈਂ ਸਿਰਫ ਕੰਨੀ ਸੁਣੀਆਂ ਉਹਨਾਂ ਦੇ ਇਤਿਹਾਸ ਦੀਆਂ ਗੱਲਾਂ ਲਿਖ ਰਿਹਾ ਹੈ ਤਾਂ ਕਿ ਸਿੱਖਾਂ ਨੂੰ ਰਾਮ ਗਇਓ ਰਾਵਣ ਗਇਓ ਵਰਗੀਆਂ ਪੰਕਤੀਆਂ ਸਮਝ ਲੱਗ ਸਕਣ। ਉਹਨਾਂ ਦੇ ਇਤਿਹਾਸ ਦੀ ਜਾਣਕਾਰੀ ਦੇਣੀ ਜ਼ਰੂਰੀ ਸੀ, ਸਿਰਫ ਇਸ ਕਰਕੇ ਲਿਖ ਰਿਹਾ, ਪਰ ਮੈਂ ਉਹਨਾਂ ਨੂੰ ਪਛਾਣਦਾ ਨਹੀਂ।
ਆਪਾਂ ਬਚਨ ਗੁਰੂ ਗੋਬਿੰਦ ਸਿੰਘ ਜੀ ਦਾ ਪੜ੍ਹਦੇ ਆ ਨਾ, ਪਾਏ ਗਏ ਜਬ ਤੇ ਤੁਮਰੇ तब ते को आंख तरे नहीं आन्यो, राम रहीम पुराण कुरान अनेक कह मत एक ना मान्यो। मैं उन्हें किसी दी मानदा नहीं, सिर्फ उन्होंने दा इतिहास लिखण दा सिर्फ इन्ना की मनोरथ है ताकि उन्हों की पिछोकड़ की जानकारी आम सिखा तक भी पहुँच सके, जिन्होंने वो पढ़न नहीं देंगे अपने ग्रंथ। चलो अज असी सारा साडा टैक्नोलॉजी का समा आ गया, असी स्टडी कर लैने आ, पर उदों ये हालात सन। तो याद रहे श्री दसम ग्रंथ दे विच दो तरीकों की बाणी मिलती है। एक वो बाणी जिहड़ी निरोल परमात्मा नाल जुड़ के उचारण की गुरु गोबिंद सिंह जी ने, जिवें जाप साहब हो गया, अकाल उस्तत हो गया। पर रामा अवतार कृष्णा अवतार गुरु गोबिंद सिंह खुद कह रहे हैं कि ये सिर्फ उन्हां दे धर्म ग्रंथां दे उलथे ने, मेरी इन्हां ते कोई शरधा नहीं है, कोई भावना नहीं है। कान सुने पहचान ना 300 मैं ना गणेश प्रथम मनाऊं, किसन बिसन कबहू न ध्याऊं, किसन बिसन नूं मैं नहीं ध्याउंदा। हुण कृष्णा अवतार लिख के शरधा रखते होंदे फिर तां ध्याउणा सी, पर महाराज कहंदे किसन बिसन कबहू न ध्याऊं, कान सुने पहचान ना 300 कन्ना तो सुनिया पर मैं पहचानदा नहीं उन्हां नूं। सिर्फ ये मनोरथ सी, इस करके वो हवाले दे के ये जेड़े ये साबित करना चाहुंदे ने भी गुरु गोबिंद सिंह जी उन्हां ते शरधा रखते हैं, सगों गुरु गोबिंद सिंह अपने बचनां च ही स्पष्ट कर दिंदे ने कि मेरी रंचक मात्र भी उन्हां अवतारां ते कोई शरधा नहीं है। सो ये मनोरथ सी साध संगत। तो इस करके असी आप पूरी खोज करिए। जिहड़ी गल रही सूरज प्रकाश वर्गे ग्रंथां दी, मैं बेनती करां सूरज प्रकाश ग्रंथ कोई साडा गुरु नहीं है, ये गुरु साहिबाना की बाणी नहीं है। तो मेरे ख्याल हर विद्वान इस गल नूं मनदा है कि इहदे विच त्रुटियां भी ने, कमियां भी ने, ਜਿਹੜੇ भी ये बंसावली नामे ਜਾਂ जो भी कुछ है होर इतिहासक स्रोतां ने, इन्हां च कोई ना कोई कमी या त्रुटि जरूर है, रला भी जरूर है, इहदे च कोई शक नहीं। पर ਜਿਹੜੇ भी इतिहास नूं प्रवान करना है, असीं वो गुरु ग्रंथ साहिब जी की बाणी का पैमाना बना के गुरु गोबिंद सिंह जी के बचनां अनुसार तोल के ये स्पष्ट करना भी किहड़ी गल मननी आ ते किहड़ी नहीं मननी। ते तुसीं देख लो कोई भी विद्वान भावें वो संप्रदाय टकसाल नाल संबंधित भी विद्वान होवे, वो कदी भी उन्हां गल्लां दा जिक्र नहीं करेगा ਜਿਹੜੀਆਂ गल्लां दे विच गुरु साहिब दे सिद्धांतां दी विरोधता की गई है। हाँ कोई अज्ञानी इकबाल सिंह वर्गे तो हो सकते हैं, पर ਜਿਹੜੇ भी सूझवान विद्वान ने वो जदों भी ਉਹਦੀ कथा करनगे वो प्रकरण स्किप कर जाते हैं, ओरली एडिट कर रहे हैं। चलो जदों कौम इकट्ठी होवेगी असी फिर रिटन तौर पर भी उन्होंने एडिट करना जरूरी आ, तो ये कौम जल्दी इस फैसले ते आवे। ये बहुत जरूरी आ कि ਜਿਹੜੀਆਂ गल्लां दे विच गुरु सिद्धांतां दी विरोधता हो रही है, जिहड़ा रला लगदा है वो बाहर कढ़ देना चाहिए है। खोज वास्ते चलो लाइब्रेरियां च रख दिता जाए, पर आम सिखां आम विद्वानां तक जिहड़े ग्रंथ पहुँचन वो उही पहुँचन, जां दूसरे धर्म वालियां तक भी जे कोई ग्रंथ पहुँचन उही पहुँचन जिहड़े गुरबाणी अनुसार खरे उतरदे ने। बाकी गल्लां नूं सानूं एडिट करना पवेगा, इस गल नूं हर विद्वान मनदा है। ते सूरज प्रकाश ग्रंथ वर्गे साडे गुरु नहीं है, असीं मनदे उन्हां च त्रुटि है, पर जे गल गुरु गोबिंद सिंह जी की बाणी की आवेगी, गुरु ग्रंथ साहिब जी की बाणी की आवेगी, तो मैं बेनती करां इन्हां सतगुरां दी बाणी दे विच स्पष्ट कीता है कि साडा हिंदुआं नाल कोई संबंध नहीं। रामा अवतार लिखण वाले गुरु गोबिंद सिंह भी कहिंदे ने कि मेरी श्री राम ते कोई शरधा नहीं, मैं उन्हां नूं पहचानदा नहीं, मैं उन्हां दी विचारधारा मनदा नहीं। ते मोदी साहब नूं मैं बेनती करांगा, जे गुरु गोबिंद सिंह जी दीआं लिखतां दा जिक्र करन दा इन्ना ही शौक है, फिर गुरु गोबिंद सिंह जी दी ये भी गल सुना दिया करो जिथे गुरु गोबिंद सिंह कहंदे पखान पूज हो नहीं, भेख भीज हों कहीं, अनंत नाम गाए हों, परम पुरख पाए हों। गुरु गोबिंद सिंह कहंदे मैं पत्थर नहीं पूजदा। हुण मोदी साहब कहोगे स्टेज तो गल भी गुरु गोबिंद सिंह आ भी कहंदे ने बड़ा शौक तुहानूं गुरु गोबिंद सिंह जी दीआं लिखतां दा जिक्र करन दा, करोगे गल सुनाओगे गुरु गोबिंद सिंह जी की वह पंक्ति जिथे सतगुरां ने यह कहा होवे कि कान सुने पहचान ना 300, कि सुनाओगे तुसीं जिथे गुरु गोबिंद सिंह ने कहा होवे मैं ना गणेश प्रथम मनाऊं, किसन बिसन कबहू न ध्याऊं, कान सुने पहचान ना 300, लिवलागी मोरी पागिन सो। सुनाओगे कदी नहीं सुनाउणगे ये लोग। इस करके मैं संगतां नूं बेनती करांगा सुचेत होइए, ते नाल जथेदारां नूं भी बेनती करांगा जल्दी तो जल्दी इकबाल सिंह वर्गियां नूं अपनी श्रोमणी जिहड़ी अदालत श्री अकाल तख्त साहब उत्थे तलब करके सख्त तो सख्त कार्रवाई की जाए, ताकि दुनिया नूं संदेश पहुँच सके कि साडा इस विचारधारा नाल कोई सहमति नहीं है। ते किन्ने होर मसले भी ने सुच्चे लंगाह वर्गे। तो मैं बेनती करांगा न्याय बराबर दा होना चाहिए है।
ਕਿਸੇ ਤੇ ਵੀ ਨਿਆਂ ਕਰਨਾ ਹੈ। ਹੁਣ ਦੇਖੋ ਸੁੱਚੇ ਲੰਗਾਹ ਨੂੰ ਜਿਨ੍ਹਾਂ ਨੇ ਵੀ ਅੰਮ੍ਰਿਤ ਛਕਾ ਕੇ ਪੰਥ ਵਿੱਚ ਵਾਪਸ ਲਿਆਉਣ ਦੀ ਅਸਫਲ ਕੋਸ਼ਿਸ਼ ਕੀਤੀ ਆ ਜਾਂ ਅਕਾਲ ਤਖਤ ਸਾਹਿਬ ਨੂੰ ਚੈਲੰਜ ਕੀਤਾ ਹੈ, ਉਹ ਕਿਸੇ ਵੀ ਜਥੇਬੰਦੀ ਨਾਲ ਸੰਬੰਧਿਤ ਹੋਵੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਹ ਸਾਰੀ ਲੜੀ ਲੱਭਣੀ ਚਾਹੀਦੀ ਹੈ ਵੀ ਇਹ ਲੜੀ ਕਿੱਥੋਂ ਸ਼ੁਰੂ ਹੁੰਦੀ ਹੈ। ਭਾਵੇਂ ਪ੍ਰੋਫੈਸਰ ਸਰਚਾਂਦ ਸਿੰਘ ਦਾ ਨਾਮ ਆ ਰਿਹਾ, ਉਹਦੇ 'ਚ ਹੁਣ ਸੱਚਾਈ ਹੈ ਕਿ ਨਹੀਂ, ਇਹ ਅਕਾਲ ਤਖਤ ਸਾਹਿਬ ਉਹਨੂੰ ਤਲਬ ਕਰਕੇ ਇਸ ਚੀਜ਼ ਦੀ ਪੁਸ਼ਟੀ ਕਰੇ। ਇਹ ਮੈਂ ਹੱਥ ਜੋੜ ਕੇ ਬੇਨਤੀ ਕਰ ਰਿਹਾ। ਜਦੋਂ ਵੀ ਨਿਆਂ ਕਰਨਾ ਹੈ ਇਹ ਨਾ ਦੇਖਿਆ ਜਾਵੇ ਵੀ ਇਹ ਦਮਦਮੀ ਟਕਸਾਲ ਨਾਲ ਸੰਬੰਧਿਤ ਹੈ ਕਿ ਮਿਸ਼ਨਰੀ ਕਾਲਜ ਨਾਲ ਸੰਬੰਧਿਤ ਹੈ। ਦੇਖੋ ਸਾਰੀਆਂ ਜਥੇਬੰਦੀਆਂ ਸਤਿਕਾਰਯੋਗ ਨੇ, ਮੇਰਾ ਉਹਨਾਂ ਅੱਗੇ ਸੀਸ ਝੁਕਦਾ ਹੈ। ਦਮਦਮੀ ਟਕਸਾਲ ਵੀ ਬਹੁਤ ਸਤਿਕਾਰਯੋਗ ਹੈ, ਅਖੰਡ ਕੀਰਤਨੀ ਜਥਾ ਵੀ ਬਹੁਤ ਸਤਿਕਾਰਯੋਗ ਹੈ, ਨਿਹੰਗ ਜਥੇਬੰਦੀ ਵੀ ਸਤਿਕਾਰਯੋਗ ਹੈ, ਮਿਸ਼ਨਰੀ ਕਾਲਜ ਵੀ ਸਤਿਕਾਰਯੋਗ ਨੇ। ਪਰ ਇੱਥੋਂ ਇਹ ਨਹੀਂ ਸਪਸ਼ਟ ਹੁੰਦਾ ਵੀ ਜੇ ਉਹਨਾਂ ਦਾ ਕੋਈ ਪ੍ਰਚਾਰਕ ਗਲਤੀ ਕਰਦਾ ਹੈ ਸਿਰਫ ਉਹਨਾਂ ਦੀ ਜਥੇਬੰਦੀ ਦਾ ਸਤਿਕਾਰ ਹੋਣ ਕਰਕੇ ਉਹਨਾਂ ਤੇ ਸਖਤ ਕਾਰਵਾਈ ਨਹੀਂ ਕਰਨੀ। ਬੰਦਾ ਕੋਈ ਵੀ ਗਲਤ ਹੋ ਸਕਦਾ ਹੈ, ਇਸ ਕਰਕੇ ਸਖਤ ਤੋਂ ਸਖਤ ਕਾਰਵਾਈ ਉਹਨਾਂ ਤੇ ਜ਼ਰੂਰ ਕਰਨੀ ਚਾਹੀਦੀ ਹੈ। ਸਾਰੇ ਜਥੇਬੰਦੀਆਂ ਨੂੰ ਵੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣਾ ਚਾਹੀਦਾ ਹੈ। ਅੱਜ ਦੇ ਜਥੇਦਾਰ ਮੈਨੂੰ ਭਰੋਸਾ ਹੈ ਉਹ ਪਿਛਲੇ ਜਥੇਦਾਰਾਂ ਤੋਂ ਬਹੁਤ ਬਿਹਤਰ ਨੇ ਤੇ ਜਲਦੀ ਕਾਰਵਾਈ ਜ਼ਰੂਰ ਕਰਨਗੇ। ਤੇ ਮੈਂ ਬੇਨਤੀ ਕਰਾਂਗਾ ਜਥੇਦਾਰ ਸਾਹਿਬ ਜੀ, ਸਾਡੀਆਂ ਉਮੀਦਾਂ ਨਾ ਤੋੜਿਓ, ਸਾਡੀਆਂ ਆਸਾਂ ਨਾ ਤੋੜਿਓ। ਦੇਖੋ ਲੋਕਾਂ ਦੇ ਸਾਹਮਣੇ ਜਿਹੜੀ ਜਥੇਦਾਰਾਂ ਦੀ ਛਵੀ ਬਣੀ ਹੋਈ ਆ ਨਾ, ਉਹ ਤੁਸੀਂ ਸੁਧਾਰ ਸਕਦੇ ਹੋ। ਤੇ ਮੈਂ ਬੇਨਤੀ ਕਰਾਂ ਕੇਵਲ ਬਿਆਨਾਂ ਤੱਕ ਸੀਮਤ ਨਾ ਰਹੀਏ, ਬਿਆਨਾਂ ਤੱਕ ਸੀਮਤ ਰਹਿ ਕੇ ਕੋਈ ਗੱਲ ਨਹੀਂ ਬਣਨੀ, ਸਖਤ ਕਾਰਵਾਈ ਕੀਤੀ ਜਾਵੇ। ਪਿਛਲੇ ਜਥੇਦਾਰਾਂ ਨੇ ਵੀ ਗਲਤੀ ਕੀਤੀ ਆ, ਉਹਨਾਂ ਨੂੰ ਕਟਗਰੇ 'ਚ ਖੜਾ ਕਰਕੇ ਉਸ ਗਲਤੀ ਦਾ ਸੁਧਾਰ ਕੀਤਾ ਜਾਵੇ। ਪਿੱਛੇ ਜੇ ਸਰਸੇ ਵਾਲੇ ਨੂੰ ਮਾਫੀ ਦਿੱਤੀ ਗੁਰਬਚਨ ਸਿਉ ਨੇ, ਜਿਹੜਾ ਰਹਿ ਚੁੱਕਾ ਜਥੇਦਾਰ, ਹੁਣ ਭਾਵੇਂ ਮਾਫੀ ਵਾਪਸ ਲੈ ਲਈ ਗਈ ਪਰ ਉੱਥੋਂ ਗਲਤੀ ਨਹੀਂ ਸੁਧਰੀ। ਪਹਿਲੀ ਗੱਲ ਮਾਫੀ ਦਿੱਤੀ ਵੀ ਗਈ, ਕਿਉਂ ਗਈ? ਪਰ ਜੇ ਮਾਫੀ ਵਾਪਸ ਲੈ ਵੀ ਲਈ ਹੈ ਉੱਥੋਂ ਗਲਤੀ ਦਾ ਸੁਧਾਰ ਨਹੀਂ ਹੋਇਆ। ਛਵੀ ਤਾਂ ਸੁਧਰੇਗੀ, ਗਲਤੀ ਤਾਂ ਸੁਧਰੇਗੀ ਜੇ ਉਹਨਾਂ ਜਥੇਦਾਰਾਂ ਨੂੰ ਅਕਾਲ ਤਖਤ ਸਾਹਿਬ ਦੇ ਵਿੱਚ ਪੇਸ਼ੀ ਕਰਾ ਕੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ। ਫਿਰ ਛਵੀ ਦੇਖਿਓ ਕਿੰਨੀ ਉੱਚੀ ਹੁੰਦੀ ਆ। ਪੁਲਿਸ ਮਹਿਕਮੇ 'ਚ ਦੇਖ ਲਓ, ਕੋਈ ਐਸਪੀ ਜਾਂ ਡੀਐਸਪੀ ਵੀ ਗਲਤੀ ਕਰ ਲਵੇ ਨਾ, ਉਹਨਾਂ ਨੂੰ ਸਸਪੈਂਡ ਕਰਕੇ ਕਾਰਵਾਈ ਕੀਤੀ ਜਾਂਦੀ ਆ। ਇਹ ਨਹੀਂ ਦੇਖਿਆ ਜਾਂਦਾ ਵੀ ਪਹਿਲਾਂ ਐਸਪੀ ਸੀ ਜਾਂ ਕੀ ਸੀ। ਇਸੇ ਤਰ੍ਹਾਂ ਸਾਨੂੰ ਵੀ ਨਹੀਂ ਦੇਖਣਾ ਚਾਹੀਦਾ ਕਿ ਪਹਿਲਾਂ ਜਥੇਦਾਰ ਸੀ ਕਿ ਕੀ ਸੀ। ਜੇ ਉਹਨੇ ਕੌਮ ਵਿਰੋਧੀ ਕੋਈ ਫੈਸਲਾ ਲਿਆ ਸੀ ਤੇ ਮੌਜੂਦਾ ਜਥੇਦਾਰ ਨੂੰ ਉਹਨੂੰ ਅਕਾਲ ਤਖਤ ਸਾਹਿਬ ਦੇ ਵਿੱਚ ਲਿਆ ਕੇ ਸਖਤ ਕਾਰਵਾਈ ਕਰਨੀ ਚਾਹੀਦੀ ਆ। ਤੇ ਇਹ ਨਹੀਂ ਦੇਖਣਾ ਚਾਹੀਦਾ ਵੀ ਉਹ ਪਿੱਛਾ ਕਿਹੜੇ ਜਥੇਬੰਦੀ ਨਾਲ ਸੰਬੰਧਿਤ ਹੈ। ਸਤਿਗੁਰੂ ਰਹਿਮਤ ਕਰਨ, ਅਸੀਂ ਭਰੋਸਾ ਕਰੀਏ ਗੁਰੂ ਸਾਹਿਬ ਦੇ ਬਚਨਾਂ ਤੇ। ਗੁਰੂ ਸਾਹਿਬ ਨੇ ਸਾਬਤ ਕੀਤਾ ਹੈ ਕਿ ਸਾਡਾ ਇਹਨਾਂ ਹਿੰਦੂਆਂ ਨਾਲ ਕੋਈ ਸੰਬੰਧ ਨਹੀਂ। ਹਾਂ, ਅਸੀਂ ਸਾਰੀ ਸ੍ਰਿਸ਼ਟੀ ਨੂੰ ਇੱਕ ਰੂਪ ਜ਼ਰੂਰ ਜਾਣਦੇ, ਕੁਦਰਤ ਕੇ ਸਭ ਬੰਦੇ ਜ਼ਰੂਰ ਜਾਣਦੇ ਆ। ਕੋਈ ਆਪਣੇ ਧਰਮ ਅਨੁਸਾਰ, ਆਪਣੀ ਵਿਚਾਰਧਾਰਾ ਅਨੁਸਾਰ ਜੋ ਮੰਨੇ, ਸੁਤੰਤਰਤਾ ਹੈ, ਪਰ ਉਹਨਾਂ ਨੂੰ ਇਹ ਆਜ਼ਾਦੀ ਨਹੀਂ ਕਿ ਸਾਡੇ ਗੁਰੂ ਸਾਹਿਬਾਨਾਂ ਦੇ ਬਚਨਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨ। ਸੋ ਸਾਰੀਆਂ ਸੰਗਤਾਂ ਸੁਚੇਤ ਹੋਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।